Guru Vai 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 गुरु जी दी साजी नवाजी गुरु रूप गुरु प्यारी साध संगत जी वाहिगुरु जी का खालसा वाहिगुरु जी की फतेह। सतगुरु गुरबाणी गुरु विच जो आपां नूं उपदेश बख्शिश कर रहे सानूं समझाउंदे भी जो परमात्मा वाहिगुरु सच साडा सारियां दा मूल साडा माता पिता जे वो साहिब साडे मन दे विच वस जांदा है साडे अंदरों जिहड़े विकार वो फिर खत्म हो जाते। मारे ही फरमाउंदे नानक साहिब मन वसे विचों जाए विकार बई जे वो साहिब साडे मन च वस जी तो फिर साडे अंदरों विकार जांदे लगदे। जे वो सच्चा साहिब साडे मन च वस जी फिर साडे मन की जो भी इच्छा होंदी वो मालक आप पूरी कर दिंदा। मारे फरमाउंदे सच्चा साहिब मन वसे तां मन चिंदिया फल पाई नानक तैनखा आखिया आप सुने जे लैन पन्ने पाई। फिर जे सच साडे मन च वस गया साडी जो भी इच्छा होंदी वो मालक आप पूरी कर दिंदा। इसलिए फिर सानू समझाउंदे भी वो सच मालक और किवें साडे हिरदे विच वसे भी वो सूखम है वो अगम है साडी पहुँच तो बाहर है। फिर आवा नूं समझाउंदे भी वो अचिंत ही साडे मन च वस जांदा है
ਜਦੋਂ ਅਸੀਂ ਗੁਰੂ ਦੇ ਸ਼ਬਦ ਦੁਆਰਾ ਅਭਿਆਸ ਕਰਦੇ ਹਾਂ, ਸਿਮਰਨ ਕਰਦੇ, ਮਹਾਰਾਜ ਫਰਮਾਉਂਦੇ ਹਰ ਜੀ ਸੁਖਮ ਅਗੰਮ ਹੈ, ਕਹਿਤ ਵਿਦ ਮਿਲਿਆ ਜਾਏ। ਗੁਰ ਕੇ ਸ਼ਬਦ ਭਰਮ ਕੱਟੀਏ, ਅਚਿੰਤ ਵਸੇ ਮਨ ਆਏ। ਬਈ ਗੁਰੂ ਦੇ ਸ਼ਬਦ ਦੁਆਰਾ ਭਰਮ ਨੂੰ ਕੱਟਣਾ। ਭਰਮ ਕੀ ਹੈ? ਵਿਚਾਰ, ਵਿਚਾਰਾਂ ਦੇ ਵਿੱਚ ਭਰਮ, ਵਿਚਾਰਾਂ ਦੇ ਵਿੱਚ ਵੀ ਸੈਂਸੇ ਫਿਕਰ, ਚਿੰਤਾ, ਮਨ। ਹੁਣ ਆਪਾਂ ਨੂੰ ਕਹਿੰਦੇ ਵੀ ਇਹ ਵਿਚਾਰਾਂ ਨੂੰ, ਭਰਮ ਨੂੰ ਕੱਟੋ, ਅਤੇ ਕੱਟਿਆ ਜਾਣਾ ਗੁਰੂ ਦੇ ਸ਼ਬਦ ਦੁਆਰਾ। ਜਦੋਂ ਇਹ ਭਰਮ ਕੱਟਿਆ ਗਿਆ, ਸਾਡੇ ਮਨ 'ਚ ਮਾਲਕ ਵਸ ਜੀ, ਅਚਿੰਤੀ ਸਾਡੇ ਹਿਰਦੇ 'ਚ ਪ੍ਰਗਟ ਹੋ ਜੀ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਅਸੀਂ ਹੁਣ ਹਿਰਦੇ ਵਿੱਚ ਮਾਲਕ ਨੂੰ ਵਸਾਉ। ਜੇ ਮਾਲਕ ਨਹੀਂ ਵਸਦਾ ਫਿਰ ਉੱਥੇ ਕੀ ਵਸਿਆ ਹੁੰਦਾ? ਮਾਇਆ। ਮਾਇਆ ਕਿ ਜਿਹੜੀ ਇਹ ਤ੍ਰੈ ਗੁਣ ਵਿਚਾਰ ਫੁਰਨੇ, ਇਹ ਵਿਚਾਰ ਸਾਡੇ ਅੰਦਰ ਵਸੇ ਹੋਏ ਨੇ, ਇਹ ਮਾਇਆ ਸਾਡੇ ਅੰਦਰ ਵਸੀ ਹੋਈ ਹੈ। ਇਹ ਵਿਚਾਰਾਂ ਨੂੰ ਫਿਰ ਵਕਾਰ ਕਹਿੰਦੇ। ਕਿਸੇ ਦੇ ਨਾਲ ਦੁਵਿਧਾ ਕਰ ਲਈ, ਇਹ ਸਾਡੇ ਅੰਦਰ ਵਕਾਰ। ਕਿਸੇ ਦੀ ਨਿੰਦਿਆ ਕਰ ਲਈ, ਕਿਸੇ ਨਾਲ ਈਰਖਾ ਨਫ਼ਰਤ ਕਰ ਲਈ, ਇਹ ਸਭ ਸਾਡੇ ਅੰਦਰ ਵਕਾਰ। ਹੁਣ ਜੇ ਮਾਲਕ ਸਾਡੇ ਹਿਰਦੇ 'ਚ ਵਸ ਜੇਗਾ ਤਾਂ ਇਹ ਵਕਾਰ ਨਹੀਂ ਰਹਿਣਗੇ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਇਹ ਵਕਾਰ ਕਾਹਤੋਂ ਨੇ? ਕਿਉਂਕਿ ਅਸੀਂ ਭਰਮ 'ਚ, ਭਰਮ ਦੇ ਵਿੱਚ ਹੋਣ ਕਰਕੇ ਹੀ ਸਾਡੇ ਅੰਦਰ ਹੀ ਵਿਕਾਰ। ਅਤੇ ਭਰਮ ਕਿੱਥੇ? ਇਹ ਤ੍ਰੈ ਗੁਣਾਂ ਦੇ ਵਿੱਚ, ਮਾਇਆ ਦੇ ਵਿੱਚ ਭਰਮ ਹੀ ਭਰਮ। ਤ੍ਰੈ ਗੁਣ ਭਰਮ ਭੁਲਾਈ, ਵੀ ਇਹਨਾਂ ਤਿੰਨਾਂ ਗੁਣਾਂ 'ਚ ਭਰਮ। ਔਰ ਇਸੇ ਭਰਮ ਦੇ ਵਿੱਚ ਹੀ ਸਾਡੇ ਮਨ ਸੁੱਤੇ ਹੋਏ ਤ੍ਰੈ ਗੁਣਾਂ ਦੇ ਵਿੱਚ, ਜੋ ਸਤਿਗੁਰੂ ਸਾਨੂੰ ਰੋਜ਼ ਫਰਮਾਉਂਦੇ, ਤਿਹੀਂ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਵੀ ਸੁੱਤਿਆਂ ਦੀ ਹੀ ਸਾਡੇ ਜੀਵਨ ਦੀ ਰਹਿਣ ਜਿਹੜੀ ਉਹ ਬੀਤਦੀ ਜਾ ਰਹੀ। ਹੁਣ ਆਪਾਂ ਨੂੰ ਫਿਰ ਕਹਿੰਦੇ ਵੀ ਸੁੱਤੇ ਨਾ ਰਹੋ, ਭਰਮ ਦੇ ਵਿੱਚ ਨਾ ਰਹੋ, ਤੁਸੀਂ ਜਾਗੋ। ਮਹਾਰਾਜ ਫਰਮਾਉਂਦੇ ਜਾਗ ਸਲੋਨੜੀਏ, ਬੋਲੇ ਗੁਰਬਾਣੀ ਰਾਮ। ਵੀ ਹੁਣ ਤੁਸੀਂ ਜਾਗੋ। ਜੇ ਅਸੀਂ ਨਾ ਜਾਗੇ, ਸੁੱਤੇ ਹੀ ਰਹੇ, ਫਿਰ ਜਿਹੜਾ ਆਉਣ ਵਾਲਾ ਸਮਾਂ, ਜੋ ਸਾਨੂੰ ਫਿਰ ਗੁਰੂ ਨਾਨਕ ਦੇਵ ਜੀ ਨੇ ਭਵਿੱਖਬਾਣੀ ਕੀਤੀ, ਵੀ ਜੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਨਾ ਸਾਡੇ ਮਨ ਜਾਗਣਗੇ ਤਾਂ ਫਿਰ ਉਹ ਕਿੱਦਾਂ ਦਾ ਸਮਾਂ ਆਏ। ਜਿਹੜੇ ਕਲਯੁਗ ਦੇ ਲੱਛਣ, ਉਹ ਸਾਨੂੰ ਲੱਛਣ ਦੱਸੇ ਫਿਰ ਕੀ ਕੁਝ ਹੋਏਗਾ ਅੱਗੇ ਜੇ ਇਸੇ ਤਰ੍ਹਾਂ ਹੀ ਮਨ ਸੁੱਤੇ ਰਹੇ। ਇਹ ਮਹਾਰਾਜ ਦੱਸਦੇ ਵੀ ਜਿਹੜੇ ਅਸੀਂ ਸਥਾਨ ਬਣਾਏ, ਜਿਵੇਂ ਸਿਮਰਨ ਕਰਨ ਵਾਸਤੇ, ਤਪ ਕਰਨ ਵਾਸਤੇ ਥਾਂ ਬਣਾਏ, ਉੱਥੇ ਤਪ ਕਰਨ ਦੇ ਵਿੱਚ ਤਪ ਨਹੀਂ ਹੋਏਗਾ। ਜਿਹੜੇ ਜੀਵ ਸਿਮਰਨ ਕਰਨਗੇ ਉਹਨਾਂ ਦੀ ਬਦਨਾਮੀ ਕਰਨਗੇ ਵੀ ਕੀ ਕਰਦੇ ਨੇ ਜੀ, ਸਿਮਰਨ ਕਰਦੇ ਨੇ ਜੀ। ਇਹ ਮਹਾਰਾਜ ਕਹਿੰਦੇ ਵੀ ਕਲਯੁਗ ਦੇ ਲੱਛਣ ਨੇ, ਜਿਹੜਾ ਆਉਣ ਵਾਲਾ ਸਮਾਂ ਉਹ ਸਾਨੂੰ ਦੱਸ ਰਹੇ। ਮਹਾਰਾਜ ਕਹਿੰਦੇ ਜੇ ਕੋ ਨਾਉ ਲਏ ਬਦਨਾਮੀ, ਕੱਲ ਕੇ ਲੱਖਣ ਨਹੀਂ। ਵੀ ਕਲਯੁਗ ਦੇ ਲੱਛਣ ਵੀ ਜਿਹੜੇ ਤਪਤ ਸਥਾਨ ਉੱਥੇ ਕੋਈ ਤਪ ਨਹੀਂ ਕਰੇਗਾ, ਕਰ ਨਹੀਂ ਦੇਣਗੇ। ਜੇ ਕੋਈ ਨਾਮ ਜਪੇਗਾ ਉਹਦੀ ਬਦਨਾਮੀ ਕਰਨਗੇ, ਉਹਨੂੰ ਮਾੜਾ ਆਖਣਗੇ। ਇਹ ਆਪਾਂ ਨੂੰ ਪਹਿਲਾਂ ਹੀ ਗੁਰਬਾਣੀ ਗੁਰੂ ਵਿੱਚ ਦੱਸਿਆ ਹੋਇਆ ਵੀ ਇੱਦਾਂ ਦੇ ਹਾਲਾਤ ਬਣਨਗੇ ਜੇ ਮਨ ਸੁੱਤੇ ਰਹੇ। ਹੁਣ ਮਹਾਰਾਜ ਕਹਿੰਦੇ ਜੇ ਕੋ ਸਤ ਕਰੇ ਤਨ ਸੀਜੇ, ਤਪ ਕਰ ਤਪ ਨਾ ਹੋਈ। ਜੇ ਕੋ ਨਾਉ ਲਏ ਬਦਨਾਮੀ, ਕਲ ਕੇ ਲੱਖਣ ਹੀ। ਵੀ ਇਹ ਕਲਯੁਗ ਦੇ ਲੱਛਣ, ਜਿੱਥੇ ਆਪਾਂ ਆਖਾਂਗੇ ਵੀ ਅਸੀਂ ਸਿਮਰਨ ਕਰਨਾ, ਅਤੇ ਉੱਥੇ ਸੰਸਾਰ ਦੇ ਵਿੱਚ
ਇੰਨਾ ਰੌਲਾ ਗੌਲਾ ਹੋਏਗਾ ਵੀ ਜਿਵੇਂ ਗੁਰੂ ਨਾਨਕ ਪਾਤਸ਼ਾਹ ਜਦੋਂ ਸੰਸਾਰ ਦੇ ਵਿੱਚ ਆਏ, ਉਹਨਾਂ ਨੇ ਦੇਖਿਆ ਵੀ ਜਦੋਂ ਉਦਾਸੀਆਂ 'ਤੇ ਚੱਲੇ, ਉਹ ਗਏ ਸ਼ਹਿਰਾਂ ਦੇ ਵਿੱਚ, ਪਿੰਡਾਂ ਦੇ ਵਿੱਚ। ਜਦੋਂ ਗਏ ਦੇਖਿਆ ਤੇ ਵੀ ਰਾਜਿਆਂ ਦੇ ਦਰਬਾਰ ਲੱਗੇ ਹੋਏ ਤੇ ਉੱਥੇ ਨਾਚ ਹੋ ਰਿਹਾ, ਢੋਲਕੀਆਂ ਛਿਆਣੇ ਵੱਜਦੇ। ਇਹ ਜੀਵ ਉਹਨਾਂ ਨੂੰ ਦੇਖ ਕੇ ਇੰਨੇ ਮਸਤ ਹੋਏ ਹੋਏ ਤੇ ਨਸ਼ਾ ਕਰਦੇ, ਮੱਧ ਪੀਂਦੇ। ਪਿੰਡਾਂ 'ਚ ਗਏ ਤੇ ਪਿੰਡਾਂ ਦੇ ਜਿਹੜੇ ਜੈਲਦਾਰ, ਉਹ ਸ਼ਹਿਰਾਂ ਦੇ ਵਿੱਚੋਂ ਵੇਸ਼ਵਾ ਲਿਆਉਂਦੇ, ਉਹਨੂੰ ਨਚਾਉਂਦੇ। ਤੇ ਉਹ ਵੀ ਮਹਾਰਾਜ ਨੇ ਦੇਖਿਆ ਵੀ ਇਹ ਕਿੱਦਾਂ ਸੁੱਤੇ ਪਏ ਨੇ। ਫਿਰ ਉਹ ਦੇਖ ਕੇ ਮਹਾਰਾਜ ਨੇ ਭਵਿੱਖਬਾਣੀ ਕੀਤੀ ਵੀ ਇਹ ਆਉਣ ਵਾਲਾ ਸਮਾਂ ਜਿਹੜਾ, ਜੇ ਇਸੇ ਤਰ੍ਹਾਂ ਹੀ ਮਨ ਸੁੱਤੇ ਰਹੇ, ਇਹ ਨਾਚ ਘਰ ਘਰ ਹੋਣਗੇ, ਘਰ ਘਰ ਨਾਚ ਹੋਣਗੇ। ਤੇ ਇੰਨੇ ਜੀਵੇ ਨਾਚ ਦੇਖਣ ਦੇ ਵਿੱਚ ਮਸਤ ਹੋ ਜਾਣਗੇ ਵੀ ਜੇ ਕੋਈ ਆਖੇਗਾ ਵੀ ਮੈਂ ਸਿਮਰਨ ਕਰਨਾ, ਤੇ ਉਹ ਕਹਿਣਗੇ ਤੁਸੀਂ ਘਰੋਂ ਬਾਹਰ ਚਲੇ ਜਾਓ, ਵੀ ਬਾਹਰ ਜਾ ਕੇ ਕਰੋ, ਇੱਥੇ ਨਹੀਂ ਕਰਨਾ, ਆਪਦਾ ਕਰੋ ਬਾਹਰ ਜਾ ਕੇ ਕਿਤੇ। ਮਹਾਰਾਜ ਕਹਿੰਦੇ ਵੀ ਜਿਹੜੇ ਜਤੀ ਸਤੀ ਹੋਣਗੇ, ਉਹਨਾਂ ਦੇ ਪੈਰ ਰੱਖਣ ਲਈ ਵੀ ਇੰਨੀ ਜਗ੍ਹਾ ਬਚੇਗੀ। ਇਹ ਇੰਨਾ ਜ਼ਿਆਦਾ ਸਮਾਂ ਜਿਹੜਾ ਇਹ ਇੱਦਾਂ ਦਾ ਜੀ। ਮਹਾਰਾਜ ਫਿਰ ਉਹ ਦੱਸਣ ਲੱਗੇ, ਕਹਿੰਦੇ ਤਾਲ ਮਦੀਰੇ ਘਟ ਕੇ ਘਾਟ, ਦੌਲਤ ਦੁਨੀਆ ਬਾਜੇ ਬਾਜ, ਨਾਰਤ ਨਾਜੇ ਕਲ ਕਾ ਭਾਉ, ਜਤੀ ਸਤੀ ਕੇ ਰਾਖੇ ਪਾਓ। ਬਈ ਇਹ ਜਤੀ ਸਤੀ ਦੇ ਪੈਰ ਰੱਖਣ ਲਈ ਵੀ ਨਹੀਂ ਜਗ੍ਹਾ ਬਚੇਗੀ। ਵੀ ਉਹ ਇੰਨਾ ਘਰ ਘਰ ਦੇ ਵਿੱਚ ਉਹ ਨਾਚ ਸ਼ੁਰੂ ਹੋ ਜਾਣਗੇ। ਉਹ ਹੁਣ ਆਪਾਂ ਦੇਖਦੇ ਹੀ ਆ ਟੈਲੀਵਿਜ਼ਨਾਂ 'ਤੇ, ਹੁਣ ਤਾਂ ਹੋਰ ਤਰੱਕੀ ਕਰ ਲਈ ਵੀ ਉਹ ਹੱਥਾਂ 'ਚ ਹੀ ਆ ਗਏ ਨਾਚ, ਮੋਬਾਈਲਾਂ 'ਤੇ। ਵੀ ਜਿੰਨੇ ਪਰਿਵਾਰ ਦੇ ਮੈਂਬਰ ਸਭ ਨੇ ਆਪੋ ਆਪਣਾ ਫੜਿਆ ਹੋਇਆ ਤੇ ਉਹ ਹੱਥਾਂ ਦੇ ਵਿੱਚ ਹੀ ਨਾਚ ਦੇਖੀ ਜਾਂਦੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਪਹਿਲਾਂ ਆਪਾਂ ਨੂੰ ਦੱਸਿਆ ਹੋਇਆ ਗੁਰਬਾਣੀ 'ਚ, ਕਿੰਨੇ ਸੌ ਸਾਲ ਪਹਿਲਾਂ ਦੱਸਿਆ ਗੁਰੂ ਨਾਨਕ ਪਾਤਸ਼ਾਹ ਵੀ ਇੱਦਾਂ ਦਾ ਸਮਾਂ ਆਏਗਾ, ਵੀ ਜੇ ਮਨ ਸੁੱਤੇ ਰਹਿਣਗੇ। ਫਿਰ ਮਹਾਰਾਜ ਕਹਿੰਦੇ ਵੀ ਜਿਹੜੇ ਜਤੀ ਸਤੀ ਹੋਣਗੇ, ਉਹਨਾਂ ਦੇ ਪੈਰ ਰੱਖਣ ਲਈ ਨਹੀਂ ਜਗ੍ਹਾ ਬਚੇਗੀ। ਵੀ ਇੰਨੇ ਜੀਵ ਨਾਸਤਕ, ਇੰਨੇ ਮਨਮੁਖ ਹੋ ਜਾਣਗੇ ਵੀ ਅਸੰਖਾਂ ਦੀ ਗਿਣਤੀ ਦੇ ਵਿੱਚ। ਜੋ ਮਹਾਰਾਜ ਸਾਨੂੰ ਰੋਜ਼ ਸਮਝਾਉਂਦੇ ਗੁਰੂ ਨਾਨਕ ਪਾਤਸ਼ਾਹ ਵੀ ਇਹ ਕਲਾ ਦਾ ਯੁੱਗ ਜਿਉਂ-ਜਿਉਂ ਤਰੱਕੀ ਕਰਦਾ ਹੈ ਤੇ ਉਹਦੇ ਜੀਵ ਨਾਸਤਕ ਹੁੰਦੇ ਜਾਂਦੇ ਤੇ ਉਹਦੇ ਮਨਮੁਖ ਹੁੰਦੇ ਜਾਂਦੇ। ਬਈ ਆਉਣ ਵਾਲਾ ਸਮਾਂ ਜਿਹੜਾ ਕਲਾ ਦਾ ਯੁੱਗ ਹੋਏਗਾ, ਤੇ ਬਈ ਜਿੱਥੇ ਜੀਵ ਪਹਿਲਾਂ 1000 ਕੰਮ ਕਰਦਾ ਜਾਂ 100 ਕੰਮ ਕਰਦਾ, ਉੱਥੇ ਇੱਕ ਬੰਦਾ ਹੀ ਕੰਮ ਸਾਂਭ ਲੇ, ਬਾਕੀ ਵਿਹਲੇ ਹੋ ਜਾਣਗੇ। ਫਿਰ ਜਦੋਂ ਹੋਰ ਤਰੱਕੀ ਕਰਨਗੇ, ਜਿੱਥੇ ਲੱਖ ਬੰਦਾ ਕੰਮ ਕਰਦਾ, ਉੱਥੇ ਇੱਕ ਹੀ ਸਾਂਭ ਲੇਗਾ, ਬਾਕੀ ਸਭ ਵਿਹਲੇ ਹੋ ਜਾਣਗੇ। ਜਦੋਂ ਇਸ ਤਰ੍ਹਾਂ ਵਿਹਲੇ ਹੋਣ ਲੱਗ ਗਏ ਤੇ ਇਹਨਾਂ ਨੂੰ ਨੀਂਦ ਨਹੀਂ ਆਏਗੀ। ਇਹਨਾਂ ਨੂੰ ਇੰਨੀਆਂ ਚਿੰਤਾਵਾਂ, ਇੰਨੇ ਫਿਕਰ ਲੱਗ ਜਾਣਗੇ ਵੀ ਇਹਨਾਂ ਦੀ ਨੀਂਦ ਉੱਡ ਜਾਏਗੀ। ਦਿਨ ਰਾਤ ਇਹਨਾਂ ਦੀਆਂ ਸੋਚਾਂ ਵੱਧ ਜਾਣੀਆਂ, ਵਿਚਾਰ ਹੀ ਇੰਨੇ ਵੱਧ ਜਾਣੇ ਵੀ ਅਸੀਂ ਖਾਵਾਂ ਪੀਵਾਂਗੇ ਕੀ। ਪਰਮਾਤਮਾ ਦੇ ਭਰੋਸਾ ਨਹੀਂ, ਕਿਉਂਕਿ ਗੁਰਬਾਣੀ ਗੁਰੂ ਨੂੰ ਤਾਂ ਮੰਨਦੇ ਨਹੀਂ, ਗੁਰੂ ਦਾ ਵਚਨ ਤਾਂ ਮੰਨਦੇ ਨਹੀਂ ਹੈ। ਵੀ ਜਿਹਨੇ ਸਾਨੂੰ ਪੈਦਾ ਕੀਤਾ ਉਹਨੇ ਸਾਨੂੰ ਪਾਲਣਾ ਵੀ। ਨਾ ਗੁਰੂ ਤੇ ਨਾ ਮਾਲਕ ਤੇ ਭਰੋਸਾ ਹੋਣ ਕਰਕੇ ਫਿਰ ਇੱਥੇ ਇੰਨੀ ਵੱਢ ਕੱਟ ਸ਼ੁਰੂ ਹੋ ਜਾਏਗੀ ਵੀ ਇੱਕ ਦੂਸਰੇ ਨੂੰ ਜੀਵ ਮਾਰਨਾ ਸ਼ੁਰੂ ਕਰ ਦੇਣਗੇ। ਮਹਾਰਾਜ ਕਹਿੰਦੇ ਐਸੇ ਜੀਵ ਕਿੰਨੇ ਕੁ ਹੋਣਗੇ, ਕਹਿੰਦੇ ਅਸੰਖਾਂ ਦੀ ਗਿਣਤੀ ਜੇ ਉੱਠ ਖੜਨਗੇ ਨਾਸਤਕ। ਜਿਵੇਂ ਹੁਣ ਤਾਂ ਆਪਾਂ ਥੋੜ੍ਹੇ ਦੇਖਦੇ ਆ ਨਾ ਕਿਤੇ ਕਿਤੇ, ਵੀ ਥੋੜ੍ਹੇ ਜਿਹੇ ਪੈਸਿਆਂ ਦੀ ਖਾਤਰ ਕਿਸੇ ਬੰਦੇ ਨੂੰ ਮਾਰਤਾ ਜੀ, ਜਾਂ ਕਿਸੇ ਦਾ ਕੋਈ ਨਾ ਕੋਈ ਨੁਕਸਾਨ ਕਰ ਦਿੱਤਾ, ਵੀ ਥੋੜ੍ਹੇ ਜਿਹੇ ਪੈਸੇ ਸੀ ਉਹਦੀ ਖਾਤਰ। ਮਹਾਰਾਜ ਕਹਿੰਦੇ ਵੀ ਐਸੇ ਜੀਵ ਅਸੰਖਾਂ ਹੀ ਖੜੇ ਹੋ ਜਾਣਗੇ ਉੱਠ ਕੇ। ਤੇ ਸਤਿਗੁਰੂ ਦੱਸਦੇ, ਕਹਿੰਦੇ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ,
ਅਸੰਖ ਗਲ ਵੱਢ ਹਤਿਆ ਕਮਾਈ, ਅਸੰਖ ਪਾਪੀ ਪਾਪ ਕਰ ਜਾਏ। ਵੀ ਉਹ ਸਾਰਾ ਸਾਨੂੰ ਇਹ ਭਵਿੱਖਬਾਣੀ ਦੱਸੀ ਹੋਈ ਬਈ ਜੇ ਸਾਡੇ ਮਨ ਸੁਤੇ ਰਹੇ ਇਸੇ ਤਰ੍ਹਾਂ ਹੀ, ਜੇ ਅਸੀਂ ਨਾ ਬ੍ਰਹਮ ਦਾ ਗਿਆਨ ਲਿਆ, ਨਾ ਅਸੀਂ ਸੋਝੀ ਲਈ, ਅਸੀਂ ਤਾਂ ਕਹਿੰਦੇ ਵੀ ਅਸੀਂ ਤਰੱਕੀ ਕਰ ਰਹੇ ਹਾਂ, ਸੰਸਾਰ ਤਰੱਕੀ ਵੱਲ ਜਾ ਰਹੇ, ਅਸੀਂ ਕੋਈ ਤਰੱਕੀ ਨਹੀਂ ਕਰ ਰਹੇ, ਇਹ ਅਸੀਂ ਵਿਨਾਸ਼ ਵੱਲ ਨੂੰ ਜਾ ਰਹੇ ਹਾਂ। ਜਿਹੜਾ ਵਿਗਿਆਨ ਜਿਉਂ-ਜਿਉਂ ਤਰੱਕੀ ਕਰਦਾ ਇਹ ਇੱਕ ਦਿਨ ਇਹ ਪਰਲੋਂ ਦਾ ਕਾਰਨ ਬਣ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਫਿਰ ਸਮਝਾਉਂਦੇ ਵੀ ਜੋ ਜੀਵ ਬ੍ਰਹਮ ਦਾ ਗਿਆਨ ਲੈ ਲੈਣਗੇ, ਜਿਹੜੇ ਫਿਰ ਗੁਰੂ ਦੀ ਸ਼ਰਨ 'ਚ ਆ ਜਾਣਗੇ, ਉਹਨਾਂ ਦੇ ਮਨ ਸ਼ੀਤਲ ਹੋ ਜਾਣਗੇ, ਠੰਡੇ ਹੋ ਜਾਣਗੇ, ਉਹ ਜਾਗ ਪੈਣਗੇ। ਬਾਕੀ ਜਿਹੜੇ ਜੀਵ ਉਹ ਤਾਂ ਫਿਰ ਤਪਦੇ ਹੀ ਰਹਿਣਗੇ, ਉਹਨਾਂ ਦੇ ਮਨ ਬਹੁਤ ਅਸ਼ਾਂਤ ਅਤੇ ਬਹੁਤ ਦੁਖੀ ਹੋ ਜਾਣਗੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਜੋ ਵਿਗਿਆਨ ਚਾਕੂ ਤੋਂ ਲੈ ਕੇ ਐਟਮ ਸ਼ਕਤੀ ਤੱਕ ਬਣਾ ਲੈਂਦਾ ਦੂਸਰੇ ਨੂੰ ਮਾਰਨ ਵਾਸਤੇ, ਪਹਿਲਾਂ ਤਾਂ ਇਹ ਦੂਸਰੇ ਨੂੰ ਮਾਰਨ ਵਾਸਤੇ ਬਣਾਉਂਦਾ ਹੈ। ਫਿਰ ਜਦੋਂ ਬਿਲਕੁਲ ਨਾਸਤਕ ਹੋ ਜਾਂਦਾ, ਗਿਆਨ ਬਿਲਕੁਲ ਖਤਮ ਹੋ ਜਾਂਦਾ, ਫਿਰ ਕਹਿੰਦਾ ਵੀ ਦੂਸਰੇ ਨੂੰ ਮਾਰਨਾ ਇੰਨਾ ਜ਼ਰੂਰੀ ਹੈ ਵੀ ਨਾਲ ਆਪ ਵੀ ਮਰ, ਵੀ ਆਪ ਵੀ ਮਾਰਾਂਗੇ ਅਤੇ ਨਾਲ ਦੂਸਰੇ ਨੂੰ ਵੀ ਮਾਰਾਂਗੇ। ਉਦੋਂ ਕਹਿੰਦੇ ਵੀ ਗਿਆਨ ਬਿਲਕੁਲ ਖਤਮ ਹੋ ਗਿਆ। ਫਿਰ ਇਸ ਵਾਸਤੇ ਕਹਿੰਦੇ ਵੀ ਜਿਵੇਂ ਇਹਨਾਂ ਨੇ ਪਰਮਾਣੂ ਬਣਾਇਆ ਵੀ ਇਹਨੂੰ ਚਲਾਉਣਗੇ, ਜਦੋਂ ਇਹਨੂੰ ਚਲਾਉਣਗੇ ਫਿਰ ਇਹ ਜਿਹੜਾ ਬ੍ਰਹਿਮੰਡ ਦਾ ਸੰਤੁਲਨ ਹੈ ਮਾਲਕ ਨੇ ਇੱਕੋ ਜਿਹਾ ਰੱਖਿਆ ਹੋਇਆ ਆਪਾਂ ਜੀਵਾਂ ਦੀ ਪਾਲਣਾ ਪੋਸ਼ਣ ਵਾਸਤੇ, ਇਹਦੇ ਵਿੱਚ ਪੌਣ ਪਾਣੀ ਅਗਨ ਇੱਕੋ ਜਿਹੇ। ਹੁਣ ਜਦੋਂ ਪਰਮਾਣੂ ਚੱਲਦਾ ਇਹਦੇ ਵਿੱਚ ਪੌਣ ਅਤੇ ਪਾਣੀ ਦੀ ਘਾਟ ਆ ਜਾਂਦੀ, ਅਗਨ ਦਾ ਤਾਂ ਵੱਧ ਜਾਂਦੀ। ਉਹ ਅਗਨ ਦੇ ਵਿੱਚ ਜਿਹੜੀਆਂ ਚਾਰੇ ਖਾਣੀਆਂ ਉਹ ਮਚਣ ਲੱਗ ਜਾਂਦੀਆਂ, ਜਲਣ ਲੱਗ ਜਾਂਦੀਆਂ, ਸੜਨ ਲੱਗ ਜਾਂਦੀ। ਫਿਰ ਮਾਲਕ ਇਹ ਬ੍ਰਹਿਮੰਡ ਦਾ ਸੰਤੁਲਨ ਠੀਕ ਕਰਨ ਵਾਸਤੇ ਫਿਰ ਜਿਹੜਾ ਪਾਣੀ ਹੈ ਸਮੁੰਦਰਾਂ ਦੇ ਵਿੱਚ ਸਟੋਰ ਕੀਤਾ ਹੋਇਆ ਅਤੇ ਜਿਹੜੀ ਪੌਣੇ ਖਾਲੀ ਖਲਾ ਦੇ ਵਿੱਚ ਸਟੋਰ ਕੀਤੀ, ਫਿਰ ਇਹਨੂੰ ਇੱਕੋ ਦਮ ਇਕੱਠਿਆਂ ਨੂੰ ਛੱਡਦੇ। ਜਦੋਂ ਉਹ ਛੱਡਦੇ ਤਾਂ ਸਾਡੇ ਲਈ ਫਿਰ ਉਹ ਪਰਲੋਂ ਦਾ ਕਾਰਨ ਬਣਦਾ, ਮਹਾਂਪਰਲੋਂ ਦਾ ਕਾਰਨ। ਫਿਰ ਐਸੀ ਅਵਸਥਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਹਜ਼ੂਰ ਸਾਹਿਬ ਦੀ ਧਰਤੀ ਜਦੋਂ ਵਿਚਾਰ ਕਰ ਰਹੀ ਸੀ ਕਥਾ ਕਹਾਣੀ, ਅਤੇ ਗੁਰਸਿੱਖਾਂ ਨੇ ਪੁੱਛਿਆ ਵੀ ਜਦੋਂ ਇੱਦਾਂ ਦਾ ਸਮਾਂ ਆ ਗਿਆ ਵੀ ਫਿਰ ਉਦੋਂ ਬਚੇਗਾ ਕੌਣ? ਉਹ ਤਾਂ ਸਾਰੇ ਜਲ ਥਾਲੀ ਹੋ ਜਾਏਗਾ। ਵੀ ਜਦੋਂ ਇਸ ਤਰ੍ਹਾਂ ਹੀ ਪਰਮਾਣੂ ਚੱਲਿਆ ਅਤੇ ਫਿਰ ਉਦੋਂ ਕੌਣ ਬਚੇਗਾ? ਇੱਥੇ ਤਾਂ ਕਿਸੇ ਨੇ ਬਚਣਾ ਹੀ ਨਹੀਂ। ਫਿਰ ਮਹਾਰਾਜ ਦੱਸਣ ਲੱਗੇ, ਕਹਿੰਦੇ ਵੀ ਮਾਲਕ ਉਹਨਾਂ ਗੁਰਮੁਖਾਂ ਦੀ ਇਸ ਤਰ੍ਹਾਂ ਰੱਖਿਆ ਕਰੇਗਾ ਜਿਹੜੇ ਨਾਮ ਦੇ ਨਾਲ ਜੁੜੇ ਹੋਣਗੇ, ਜਿਹੜੇ ਸੱਚ ਨਾਲ ਜੁੜੇ ਹੋਣਗੇ। ਜਿਵੇਂ ਮਾਂ ਦੇ ਗਰਭ ਦੇ ਵਿੱਚ ਉੱਥੇ ਅਗਨ ਦੇ ਵਿੱਚ ਸਾਡੀ ਰੱਖਿਆ ਕਰਦੀ, ਰੋਗਨ ਤੇ ਔਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਤ ਬਚਾਵੇ, ਸਤਰ ਅਨੇਕ ਚਲਾਵਤ ਘਾਉ ਤੋ ਤਨ ਏਕ ਨ ਲਾਗਨ ਪਾਵੇ। ਔਰ ਕੀ ਬਾਤ ਕਹਾ ਕਿ ਸੋ ਪਟ ਹੀ ਕੀ ਪਟ ਬੀਚ ਬਚਾਵੇ। ਮਾਲਕ ਜਿਵੇਂ ਮਾਤਾ ਦੇ ਗਰਭ ਦੇ ਵਿੱਚ ਸਾਡੀ ਬੱਚੇ ਦੀ ਰੱਖਿਆ ਕਰਦਾ ਅਗਨ ਦੇ ਵਿੱਚ, ਬਈ ਇਸੇ ਤਰ੍ਹਾਂ ਜਿਹੜੇ ਗੁਰਮੁਖ ਹੋਣਗੇ ਉਹਨਾਂ ਦੀ ਫਿਰ ਰੱਖਿਆ ਕਰੇਗਾ। ਤਾਈਓ ਆਖਿਆ ਵੀ ਬਚੇਗਾ ਕੌਣ? ਕਹਿੰਦੇ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਹੜੇ ਨਾਮ 'ਚ ਸਮਾਏ ਹੋਣਗੇ ਗੁਰਮੁਖ ਬਈ ਉਹ ਰਹਿਣਗੇ। ਸੋ ਇਹ ਹਾਲਾਤ ਮਹਾਰਾਜ ਨੇ ਜੋ ਸਾਨੂੰ ਭਵਿੱਖਬਾਣੀ ਦੱਸੀ ਹੈ, ਉਧਰ ਨੂੰ ਹੁਣ ਸੰਸਾਰ ਜਾ ਰਹੇ ਆ। ਆਪਾਂ ਦੇਖਦੇ ਵੀ ਉਹ ਹਾਲਾਤ ਬਣਦੇ ਜਾ ਰਹੇ ਗਾਂ ਦੀ ਗਾਂ। ਹੁਣ ਆਪਾਂ ਨੂੰ ਫਿਰ ਕਹਿੰਦੇ ਵੀ ਜਿੱਥੇ ਇਹ ਕਲਾ ਦਾ ਯੁੱਗ ਇੰਨਾ ਭਿਆਨਕ ਹੈ ਅਤੇ ਉੱਥੇ ਨਾਮ ਵੀ ਪ੍ਰਗਟ ਹੁੰਦਾ।
ਵੀ ਪਿਛਲੇ ਯੁਗਾਂ ਦੇ ਵਿੱਚ ਇਹ ਨਾਮ ਗੁਪਤ ਰਿਹਾ। ਕਲਯੁਗ ਦੇ ਸਮੇਂ ਦੇ ਵਿੱਚ ਗੁਰੂ ਨਾਨਕ ਦੇ ਘਰ ਨੇ ਨਾਮ ਨੂੰ ਪ੍ਰਗਟ ਕੀਤਾ। ਹੁਣ ਪ੍ਰਗਟ ਕਿਹਨਾਂ ਦੇ ਅੰਦਰ ਹੋਏਗਾ? ਕਹਿੰਦੇ ਜਿਹੜੇ ਗੁਰੂ ਦੀ ਸ਼ਰਨ 'ਚ ਆ ਜਾਣਗੇ ਉਹਨਾਂ ਦੇ ਅੰਦਰ ਇਹ ਜਿਹੜਾ ਨਾਮ ਗੁਪਤ ਹੈ ਪ੍ਰਗਟ ਹੋ ਜਾਏਗਾ। ਅਤੇ ਜਿਹਦੇ ਪ੍ਰਗਟ ਹੋ ਗਏ, ਜਿਹੜੇ ਨਾਮ ਨਾਲ ਜੁੜ ਗਏ, ਉਹ ਸੀਤਲ ਹੋ ਜਾਣਗੇ, ਉਹ ਮਨ ਠੰਡੇ ਹੋ ਜਾਣਗੇ। ਮਹਾਰਾਜ ਇਸ ਲਈ ਫਰਮਾਉਂਦੇ, ਗੁਪਤਾ ਨਾਮ ਵਰਤੇ ਵਿੱਚ ਕਲਯੁਗ, ਘਾਟ ਘਾਟ ਹਰ ਭਰਪੂਰ ਰਿਹਾ। ਨਾਮ ਰਤਨ ਤੇ ਨਾ ਹਿਰਦੇ ਪ੍ਰਗਟਿਆ, ਜੋ ਗੁਰ ਸ਼ਰਨਾਈ ਭਜ ਪਿਆ। ਵੀ ਜਿਹੜੇ ਗੁਰੂ ਦੀ ਸ਼ਰਨ 'ਚ ਆ ਜਾਣਗੇ ਉਹਨਾਂ ਦੇ ਅੰਦਰ ਇਹ ਜਿਹੜਾ ਨਾਮ ਗੁਪਤ ਹੈ ਉਹ ਪ੍ਰਗਟ ਹੋ ਜਾਏਗਾ। ਅਤੇ ਜਿਨ੍ਹਾਂ ਦੇ ਅੰਦਰ ਨਾਮ ਪ੍ਰਗਟ ਹੋ ਗਿਆ ਉਹਨਾਂ ਦਾ ਮਨ ਠੰਡਾ ਹੋ ਜਾਣਾ। ਕਿਉਂਕਿ ਮਹਾਰਾਜ ਕਹਿੰਦੇ ਇੱਧਰ ਮਾਇਆ 'ਚ ਤਪਸ ਹੈ ਅਤੇ ਨਾਮ ਠੰਡਾ। ਕੱਲ ਤਾਤੀ ਠੰਡਾ ਹਰਨਾਉ, ਵੀ ਨਾਮ ਠੰਡਾ। ਅਤੇ ਜਦੋਂ ਅਸੀਂ ਨਾਮ ਦੇ ਨਾਲ ਜੁੜ ਗਏ ਸਾਡੇ ਮਨ ਨੇ ਵੀ ਠੰਡਾ ਹੋ ਜਾਣਾ, ਸਾਡੇ ਮਨ ਨੇ ਸੀਤਲ ਹੋ ਜਾਣਾ। ਹੁਣ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਗੁਰੂ ਦੀ ਸ਼ਰਨ ਦੇ ਵਿੱਚ ਆਉਣ 'ਤੇ ਹੀ ਹੋਏਗਾ। ਤਾਂਹੀਓ ਹੁਣ ਸਾਨੂੰ ਸਮਝਾਉਂਦੇ ਵੀ ਸਤਸੰਗ ਤੇ ਸਤਿਗੁਰ ਦਾ ਸਕੂਲ ਹੈ, ਸਤਿਗੁਰਾਂ ਦੇ ਸਕੂਲ 'ਚ ਆਓ। ਸਕੂਲ 'ਚ ਆ ਕੇ ਬ੍ਰਹਮ ਵਿਦਿਆ ਲਓ, ਬ੍ਰਹਮ ਦਾ ਗਿਆਨ ਲਓ, ਜਿਹੜਾ ਗਿਆਨ ਹੋਣ ਦੇ ਨਾਲ ਸਾਡੇ ਮਨ ਨੇ ਸੀਤਲ ਹੋਣਾ, ਠੰਡਾ ਹੋਣਾ। ਮਾਰੇ ਤਾਂਹੀਓ ਕਹਿੰਦੇ ਵੀ ਜਿਹੜੀ ਜਵਾਲਾ ਦੇ ਵਿੱਚ ਸਾਰਾ ਜਗਤ ਸੜਦਾ ਹੈ, ਜਿਨ੍ਹਾਂ ਨੂੰ ਇਹ ਬ੍ਰਹਮ ਦਾ ਗਿਆਨ ਹੋ ਜਾਂਦਾ ਉਹਨਾਂ ਦਾ ਮਨ ਠੰਡਾ ਠਾਰ ਹੋ ਜਾਂਦਾ, ਉਹਨਾਂ ਦਾ ਮਨ ਸੀਤਲ ਹੋ ਜਾਂਦਾ, ਉਹ ਨਹੀਂ ਜਲਦਾ। ਰਮਾਉਂਦੇ ਨੇ, ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ, ਜਨ ਜਵਾਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾਨ। ਵੀ ਜੇ ਹੁਣ ਅਸੀਂ ਇਹ ਬ੍ਰਹਮ ਦਾ ਗਿਆਨ ਲੈ ਲਾਂਗੇ ਸਾਡੇ ਮਨ ਠੰਡੇ ਹੋ ਜਾਣਗੇ, ਸੀਤਲ ਹੋ ਜਾਣਗੇ। ਸੋ ਇਸ ਵਾਸਤੇ ਜੇ ਹੁਣ ਅਸੀਂ ਨਹੀਂ ਇਹ ਗਿਆਨ ਲਵਾਂਗੇ ਤਾਂ ਮਨ ਤਪਦੇ ਰਹਿਣਗੇ, ਮਨ ਦੁਖੀ ਰਹਿਣਗੇ। ਕਿਉਂਕਿ ਮਨ ਹੋਰ ਕਿਸੇ ਵਸਤੂ ਨਾਲ ਠੰਡਾ ਨਹੀਂ ਹੁੰਦਾ। ਸੰਸਾਰ ਦੇ ਕਿੰਨੇ ਅਸੀਂ ਸੁੱਖ ਸਾਧਨ ਇਕੱਠੇ ਕਰ ਲਈਏ, ਇੰਨੀ ਅਸੀਂ ਧਨ ਦੌਲਤ ਇਕੱਠੀ ਕਰ ਲਈਏ, ਕਿੰਨਾ ਅਸੀਂ ਸੁੱਖ ਸਹੂਲਤਾਂ ਇਕੱਠੀਆਂ ਕਰ ਲਈਏ, ਇਹਦੇ ਨਾਲ ਸਾਡਾ ਮਨ ਨਹੀਂ ਠੰਡਾ ਹੁੰਦਾ। ਮਾਰੇ ਕਹਿੰਦੇ ਨੇ ਠੰਡਾ ਫੇਰ ਹੋਣਾ ਜਿਹੜੇ ਸਿਮਰਨ ਕਰੇ, ਜੇ ਮਾਲਕ ਦਾ ਨਾਮ ਜਪੇ। ਰਮਾਉਂਦੇ, ਚੰਦਨ ਚਾਂਦਨ ਸਰਦ ਰੁੱਤ, ਮੂਲ ਨਾ ਮਿਟਈ ਕਾਮ, ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਵੀ ਜੇ ਨਾਮ ਜਪੇ ਤੇ ਸੀਤਲ ਹੋ ਜੇ, ਠੰਡਾ ਹੋ ਜੇ, ਨਹੀਂ ਤਾਂ ਤਪਦਾ ਰਹਿੰਦਾ। ਹੁਣ ਜਿਹੜਾ ਮਨ ਤਪਦਾ ਹੈ ਉਹ ਤੋਂ ਅਸੀਂ ਸੁੱਖ ਦੀ ਆਸ ਰੱਖਾਂਗੇ ਤੇ ਉਹਨੇ ਕਿੱਥੋਂ ਸੁੱਖ ਦੇਣ? ਜਿਹੜਾ ਆਪ ਹੀ ਤਪ ਰਿਹਾ, ਜਿਹੜਾ ਆਪ ਹੀ ਜਲ ਰਿਹਾ, ਉਹ ਕਿਸੇ ਨੂੰ ਕਿੱਥੋਂ ਸ਼ਾਂਤੀ ਦੇਗਾ? ਕੀ ਕਿਸੇ ਨੂੰ ਸੁੱਖ ਦੇਗਾ? ਇਸ ਲਈ ਮਹਾਰਾਜ ਕਹਿੰਦੇ ਵੀ ਜਿਹੜਾ ਮਨਮੁਖ ਜੀਵ ਹੈ ਉਹ ਇਸ ਤਰ੍ਹਾਂ ਵੀ ਜਿਵੇਂ ਇੱਕ ਦਰਖਤ ਹੈ, ਦਰਖਤ ਉੱਗੇ ਅਤੇ ਉਹ ਸੁੱਕ ਗਏ। ਸੁੱਕੇ ਹੋਏ ਦਰਖਤ ਨੂੰ ਹੁਣ ਨਾ ਤਾਂ ਕੋਈ ਫਲ ਲੱਗਦਾ, ਨਾ ਉਹਦੀ ਛਾਂ ਹੁੰਦੀ। ਹੁਣ ਉਹ ਅਵਸਥਾ ਮਨਮੁਖ ਦੀ ਹੈ। ਜਿਹੜੇ ਜੀਵ ਸੰਗਤ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਉਹ ਸੁੱਕੇ ਹੋਏ ਦਰਖਤ ਵਰਗੇ। ਮਹਾਰਾਜ ਕਹਿੰਦੇ ਉਹਨਾਂ ਜੇ ਕੋਲ ਅਸੀਂ ਬੈਠਾਂਗੇ ਉਹਨਾਂ ਨੇ ਕਿਹੜਾ ਕੋਈ ਘਰ ਦੀ ਗੱਲ ਕਰਨੀ, ਉਹਨਾਂ ਨੇ ਤਾਂ ਗੱਲ ਹੀ ਦੁਬਦਾ ਦੀ ਕਰਨੀ, ਵੈਰ ਵਿਰੋਧ ਦੀ ਕਰਨੀ। ਰਮਾਉਂਦੇ, ਮਨਮੁਖ ਉਭੇ ਸੁੱਕ ਗਏ, ਨਾ ਫਲ ਤਿੰਨਾ ਛਾਉ, ਉਹਨਾਂ ਪਾਸ ਨਾ ਵੈਸੀਏ, ਉਹਨਾਂ ਘਰ ਨਾ ਗਿਰਾਉ। ਵੀ ਉਹਨਾਂ ਨੂੰ ਤਾਂ ਘਰ ਦਾ ਹੀ ਨਹੀਂ ਪਤਾ, ਉਹਨਾਂ ਨੇ ਕੋਈ ਘਰ ਦੀ ਥੋੜ੍ਹੀ ਗੱਲ ਕਰਨੀ ਮਾਲਕ ਦੀ, ਉਹਨਾਂ ਨੇ ਤਾਂ ਗੱਲ ਹੀ ਦੁਬਦਾ ਦੀ ਕਰਨੀ, ਵੈਰ ਵਿਰੋਧ ਦੀ ਕਰਨੀ। ਇਸ ਵਾਸਤੇ ਫਿਰ ਕਹਿੰਦੇ ਵੀ ਉਹ ਮਨਮੁਖ ਸੁੱਕੇ ਦਰਖਤ ਵਰਗਾ, ਅਤੇ ਉਹਦਾ ਨਾ ਕੋਈ ਫਲ ਲੱਗਦਾ, ਨਾ ਉਹਦੀ ਕਿਸੇ ਨੂੰ ਛਾਂ ਹੁੰਦੀ, ਕੋਈ ਉਹਦਾ ਲਾਹਾ ਨਹੀਂ ਕਿਸੇ ਨੂੰ। ਉਹ ਆਪ ਵੀ ਜਲਦਾ, ਆਪ ਵੀ ਸੜਦਾ ਅਤੇ ਦੂਸਰਿਆਂ ਨੂੰ ਵੀ ਸੜਦਾ। ਸੋ ਤਾਂ ਫਿਰ ਮਹਾਰਾਜ ਕਹਿੰਦੇ
ਵੀ ਜਿਹੜਾ ਮਨਮੁਖ ਹੈ ਉਹਦਾ ਸੰਗ ਨਾ ਕਰ, ਸਾਗਤ ਦਾ ਸੰਗ ਨਾ ਕਰ। ਵੀਰ ਸਾਗਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ। ਵੀ ਸਾਗਤ ਦਾ ਸੰਗ ਜਿਹੜਾ ਇੱਦਾਂ ਵੀ ਜਿਵੇਂ ਇੱਕ ਕੇਲਾ ਹੁੰਦਾ, ਕੇਲੇ ਦੇ ਨੇੜੇ ਬੇਰੀ ਹੋਵੇ। ਹੁਣ ਉਹ ਕੇਲਾ ਜਿਹੜਾ ਉਹ ਝੂਲਦਾ ਮਸਤੀ 'ਚ, ਅਤੇ ਜਿਹੜੀ ਬੇਰੀ ਉਹਦੇ ਪੱਤੇ ਚੀਰਦੀ। ਹੁਣ ਇਸੇ ਤਰ੍ਹਾਂ ਹੀ ਮਨਮੁਖ ਦੀ ਹਾਲਤ। ਗੁਰਮੁਖ ਆਪਦਾ ਆਨੰਦ ਦੇ ਵਿੱਚ ਮਾਲਕ ਦੇ ਗੁਣ ਗਾਉਂਦੇ, ਸਿਮਰਨ ਕਰਦੇ, ਉਹਦੀ ਵਡਿਆਈ ਕਰਦੇ, ਅਤੇ ਮਨਮੁਖ ਬੇਰੀ ਵਰਗਾ ਵੀ ਉਹਨਾਂ ਦੇ ਪੱਤੇ ਚੀਰਦਾ, ਵੀ ਉਹਨਾਂ ਨਾਲ ਦੌੜਦਾ ਕਰਦਾ, ਉਹਨਾਂ ਨਾਲ ਵੈਰ ਵਿਰੋਧ ਕਰਦਾ। ਮਹਾਰਾਜ ਇਸ ਲਈ ਫਰਮਾਉਂਦੇ, ਕਹਿੰਦੇ ਕਬੀਰ ਸਾਕਤ ਐਸਾ, ਕੇਲੇ ਨਿਕਟ ਜਿਉਂ ਬੇਰ। ਉਹ ਝੂਲੇ ਉਹ ਚੀਰੀਏ, ਸਾਕਤ ਸੰਗ ਨਾ ਹੀਰ। ਬਈ ਜਿਹੜਾ ਮਨਮੁਖ ਹੋਏ ਇੱਦਾਂ ਉਹਦੇ ਕੰਢੇ ਹੀ ਕੰਢੇ, ਆਪ ਵੀ ਦੁਖੀ ਹੁੰਦਾ ਅਤੇ ਦੂਸਰਿਆਂ ਨੂੰ ਵੀ ਦੁੱਖ ਪਹੁੰਚਾਉਣ ਦੀ ਕੋਸ਼ਿਸ਼ ਕਰਦਾ। ਹੁਣ ਇਸ ਵਾਸਤਾ ਜੀ ਫਿਰ ਮਹਾਰਾਜ ਕਹਿੰਦੇ ਵੀ ਸਾਕਤ ਦਾ ਸੰਗ ਨਾ ਕਰੋ। ਜੇ ਹੁਣ ਆਪਾਂ ਇਸ ਮਾਰਗ ਦੇ ਉੱਤੇ ਚੱਲੇ, ਸਾਨੂੰ ਲੋੜ ਹੈ ਸਾਗਤ ਤੋਂ ਸਾਵਧਾਨ ਰਹਿਣ ਦੀ, ਕਿਉਂਕਿ ਸਾਗਤ ਦਾ ਪਤਾ ਕੋਈ ਨਹੀਂ ਵੀ ਉਹ ਆਪ ਤਾਂ ਇਹ ਮਾਰਗ 'ਤੇ ਚੱਲਦਾ ਨਹੀਂ। ਜੇ ਅਸੀਂ ਉਹਦਾ ਸੰਗ ਕਰ ਲਿਆ, ਉਹ ਆਪਣਾ ਮਨ ਬਦਲਦਾ ਵੀ, ਕਿਉਂਕਿ ਉਹਨੇ ਗੱਲ ਹੀ ਇੱਦਾਂ ਦੀ ਕਰਨੀ ਵੀ ਜਿਹੜੀ ਗੁਰਮਤਿ ਤੋਂ ਉਲਟ। ਅਤੇ ਉਹ ਜਿਹੜਾ ਜੀਵ ਹਜੇ ਨਹੀਂ ਘਰ ਪਹੁੰਚਿਆ, ਉਹਨੂੰ ਵੀ ਕਈ ਵਾਰੀ ਸਹੀ ਲੱਗਦਾ, ਵੀ ਕਹਿੰਦਾ ਤਾਂ ਠੀਕ ਹੀ ਲੱਗਦਾ, ਉਹ ਆਪਣਾ ਮਨ ਅੰਦਰ ਬਦਲਦਾ ਵੀ। ਇਸ ਵਾਸਤੇ ਫਿਰ ਕਹਿੰਦੇ ਵੀ ਉਹ ਸਾਗਤ ਦਾ ਸੰਗ ਨਾ ਕਰ। ਵੀ ਜਿਹੜੇ ਭਗਤੀ ਤੋਂ ਬਾਂਝ ਨੇ ਨਾ, ਵੀ ਇਹੋ ਜਿਹੇ ਲੋਕਾਂ ਤੋਂ ਤਾਂ ਡਰ ਕੇ ਹੀ ਰਹੀਏ, ਉਹਨਾਂ ਤੋਂ ਪਾਸੇ ਹੀ ਵੱਟੀ, ਦੂਰ ਹੀ ਚੰਗੀ। ਮਹਾਰਾਜ ਤਾਈਓ ਕਹਿੰਦੇ ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਏ। ਵੀ ਜਿਹੜੇ ਭਗਤੀ ਤੋਂ ਵਾਂਝੇ ਨੇ, ਜਿਹੜੇ ਆਪ ਦਾ ਸਿਮਰਨ ਕਰਦੇ ਨਹੀਂ, ਸੰਗਤ ਕਰਦੇ, ਉਹਨਾਂ ਤੋਂ ਡਰ ਕੇ ਰਹੀਏ, ਪਾਸੇ ਹੀ ਰਹੀਏ, ਕਿਉਂਕਿ ਉਹਨਾਂ ਦਾ ਪਤਾ ਕੋਈ ਨਹੀਂ ਬੋਲਣਾ ਕੀ ਉਹਨਾਂ ਨੇ। ਉਹਨਾਂ ਦੇ ਮੁੱਖ ਦੇ ਵਿੱਚ ਅਗਨ ਰੱਖੀ ਹੋਈ ਕਾਰ ਨੇ, ਉਹਨਾਂ ਨੇ ਮੁੱਖ 'ਚੋਂ ਅੱਗ ਹੀ ਕੱਢਣੀ, ਫਿੱਕੇ ਬੋਲ ਬੋਲਣੇ। ਜੇ ਅਸੀਂ ਆਖਾਂਗੇ ਵੀ ਉਹਨਾਂ ਦਾ ਸੰਗ ਕਰਕੇ ਸਾਡੇ ਮਨ ਨੂੰ ਸ਼ਾਂਤੀ ਆ ਜਾਏਗੀ ਜਾਂ ਸੁੱਖ ਆ ਜਾਏਗਾ, ਉਹਨਾਂ ਨੇ ਤਾਂ ਅੱਗ ਹੀ ਕੱਢਣੀ ਮੁੱਖ 'ਚ। ਅਤੇ ਐਸੇ ਬੋਲ ਬੋਲਣੇ ਵੀ ਦੂਸਰੇ ਦੇ ਅੰਦਰ ਵੀ ਅੱਗ ਲਾ ਦੇਣ, ਉਹਨਾਂ ਦੇ ਮਨ ਨੂੰ ਵੀ ਅਸ਼ਾਂਤ ਕਰ ਦੇਣ, ਉਹਨਾਂ ਦੇ ਮਨ ਨੂੰ ਵੀ ਦੁਖੀ ਕਰ ਦੇਣ। ਹੁਣ ਇਸ ਵਾਸਤੇ ਫਿਰ ਕਹਿੰਦੇ ਵੀ ਜਿਹੜੇ ਇੱਦਾਂ ਜੀਵ ਬੋਲਦੇ ਫਿੱਕੇ ਬੋਲ, ਉਹਨਾਂ ਨੂੰ ਗੁਰਬਾਣੀ ਗੁਰੂ ਵਿੱਚ ਮੂਰਖ ਕਹਿੰਦੀ। ਫਿੱਕਾ ਬੋਲ ਬਗੂਚਣਾ, ਮੂਰਖ ਮਨ ਅਜਾਣ। ਵੀ ਇਹ ਫਿੱਕੇ ਬੋਲ ਬੋਲਦੇ, ਮਾੜਾ ਬੋਲਦੇ, ਉਹਦੇ ਨਾਲ ਉਹਨਾਂ ਦਾ ਮਨ ਵੀ ਫਿੱਕਾ, ਤਨ ਵੀ ਫਿੱਕਾ, ਅਤੇ ਇਹਦੀ ਸਜ਼ਾ ਬੜੀ ਮਿਲਣੀ ਉਹਨਾਂ ਨੂੰ ਸਖਤ। ਹੁਣ ਤਾਂ ਭੇਤ ਨਹੀਂ ਉਹਨਾਂ ਨੂੰ, ਜਦੋਂ ਵਾਪਸ ਜਾਣਗੇ ਅਤੇ ਉਹਦੀ ਸਖਤ ਬੜੀ ਸਜ਼ਾ ਹੈ। ਮਹਾਰਾਜ ਤਾਈਓ ਫਰਮਾਉਂਦੇ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਈ। ਫਿੱਕੋ ਫਿੱਕੀ ਸਦੀਏ, ਫਿੱਕੋ ਫਿੱਕੀ ਸੋਈ। ਫਿੱਕਾ ਦਰਗੇ ਸਟੀਏ, ਮੂੰਹ ਥੋਕਾਂ ਫਿੱਕੇ ਪਾਈ। ਫਿੱਕਾ ਮੂਰਖ ਆਖੀਏ, ਪਾਣਾ ਲਈ ਸਜਾਈ। ਵੀ ਫਿੱਕੇ ਬੋਲ ਬੋਲਿਆਂ ਦੀ ਸਜ਼ਾ ਬੜੀ ਸਖਤ। ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਤੁਸੀਂ ਉਹ ਬੋਲ ਬੋਲੋ ਜਿਹੜਾ ਬੋਲਣ ਦੇ ਨਾਲ ਸਾਡੀ ਇੱਜ਼ਤ ਪਾਤਰ ਰਵੇ, ਅਤੇ ਸਾਡਾ ਬੋਲਿਆ ਜਿਹੜਾ ਉਹ ਦਰਗਾਹ ਦੇ ਵਿੱਚ ਪ੍ਰਵਾਨ ਹੋਵੇ। ਰਮਾਉਂਦੇ ਜਿੱਤ ਬੋਲਿਆ ਪਤ ਪਾਈਏ, ਸੋ ਬੋਲਿਆ ਪ੍ਰਵਾਨ। ਵੀ ਇੱਕ ਦਾ ਬੋਲਿਆ ਜਿਹੜਾ ਸਾਡਾ ਪ੍ਰਵਾਨ ਨੇ ਮਾਲਕ ਦੇ ਘਰ ਦੇ ਵਿੱਚ, ਇਹਦੇ ਨਾਲ ਸਾਡੀ ਇੱਜ਼ਤ ਪੱਤ ਰਹਿੰਦੀ। ਉਹ ਫਿਰ ਕੀ ਬੋਲਣਾ, ਉਹ ਹੈ ਮਾਲਕ ਦੀ ਸਿਫਤ ਸਲਾਹ ਕਰਨੀ, ਪਰਮਾਤਮਾ ਦੇ ਗੁਣ ਗਾਉਣੇ, ਉਹਦੀ ਸੋਭਾ ਕਰਨੀ, ਵਡਿਆਈ ਕਰਨੀ। ਇੱਕ ਉਹ ਬੋਲ ਬੋਲਣੇ ਜਿਹੜੇ ਮਨਮੁਖ ਬੋਲਦੇ, ਕਬੋਲ ਜਿਹਦੀ ਸਜ਼ਾ ਮਿਲਦੀ, ਜਿਹਦੇ ਨਾਲ ਇੱਥੇ ਵੀ ਸਾਡਾ ਮਨ ਦੁਖੀ ਹੁੰਦਾ ਅਤੇ ਅੱਗੇ ਉਦੋਂ ਵੀ ਵੱਧ ਸਜ਼ਾ ਹੈ।
ਜੇ ਹੁਣ ਅਸੀਂ ਗੁਰੂ ਦੀ ਮੱਤ ਦੁਆਰਾ ਬੋਲਾਂਗੇ ਸਾਨੂੰ ਇੱਥੇ ਵੀ ਸੁੱਖ ਮਿਲੇਗਾ, ਸ਼ਾਂਤੀ। ਇਹਦਾ ਫਲ ਸਾਨੂੰ ਅੱਗੇ ਦਰਗਾਹ ਦੇ ਵਿੱਚ ਥਾਂ ਮਿਲੇਗੀ, ਕਿਉਂਕਿ ਸਾਡਾ ਬੋਲਿਆ ਪ੍ਰਵਾਨ ਹੈ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਐਸਾ ਅਸੀਂ ਕੀ ਮੂੰਹੋਂ ਬੋਲੀਏ ਵੀ ਜਿਹੜਾ ਸਾਡਾ ਬੋਲਿਆ ਪ੍ਰਵਾਨ ਹੋਵੇ ਤੇ ਸਾਡੀ ਮਾਲਕ ਨਾਲ ਪ੍ਰੀਤ ਪੈ ਜੀ। ਮੂੰਹੋਂ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ, ਵੀ ਐਸੇ ਮੂੰਹੋਂ ਕਿਹੜੇ ਬੋਲ ਬੋਲੀਏ ਵੀ ਜਿਹੜਾ ਸਾਡਾ ਮਾਲਕ ਨਾਲ ਪਿਆਰ ਪੈ ਜੀ, ਸਾਡੀ ਪ੍ਰੀਤ ਪੈ ਜੀ। ਇਹ ਆਪਾਂ ਨੂੰ ਕਹਿੰਦੇ ਵੀ ਉਹ ਬੋਲ ਬੋਲੋ ਜਿਹੜੇ ਬੋਲੇ ਹੋਏ ਸਾਡੇ ਮਾਲਕ ਨੂੰ ਭਾਉਂਦੀ, ਜਿਹੜਾ ਬੋਲਿਆ ਸਾਡਾ ਪ੍ਰਵਾਨ ਹੋ ਜਾਂਦਾ। ਤੇ ਉਹ ਕੀ ਬੋਲ ਬੋਲਣੀ? ਸਾਨੂੰ ਫਿਰ ਕਹਿੰਦੇ ਵੀ ਤੁਸੀਂ ਸਿਮਰਨ ਕਰੋ, ਗੁਰਸਿੱਖ ਹਰ ਬੋਲੋ ਮੇਰੇ ਭਾਈ। ਵੀ ਕੀ ਬੋਲੀਏ? ਕਹਿੰਦੇ ਪਰਮਾਤਮਾ ਦਾ ਨਾਮ ਜਪੋ, ਉਹਦਾ ਸਿਮਰਨ ਕਰੋ। ਜਦੋਂ ਇਹ ਬੋਲਾਂਗੇ ਤੇ ਇਹਦੇ ਨਾਲ ਸਾਡੇ ਮਨ ਤੋਂ ਪਾਪਾਂ ਦੀ ਮੈਲ ਲੈ ਜਾਏਗੀ। ਹਰ ਬੋਲਤ ਸਭ ਪਾਪ ਲੈ ਜਾਈ, ਵੀ ਜਦੋਂ ਬੋਲਾਂਗੇ ਤੇ ਸਾਡੇ ਮਨ ਤੋਂ ਪਾਪਾਂ ਦੀ ਮੈਲ ਉਤਰ ਜਾਏਗੀ। ਔਰ ਇਸ ਵਾਸਤੇ ਫਿਰ ਆਪਾਂ ਨੂੰ ਗੁਰੂ ਸਾਹਿਬ ਬੋਲਣਾ ਸਿਖਾਉਂਦੇ ਬਈ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ, ਸਤਿਗੁਰੂ ਸਾਨੂੰ ਬੋਲਣ ਦੀ ਜਾਚ ਸਿਖਾਉਂਦੇ ਵੀ ਅਸੀਂ ਕਿਵੇਂ ਬੋਲਣਾ। ਫਿਰ ਸਾਨੂੰ ਸੁਣਨ ਦੀ ਜਾਚ ਸਿਖਾਉਂਦੇ ਵੀ ਅਸੀਂ ਕਿਵੇਂ ਸੁਣਨਾ ਮਾਲਕ ਦੀ ਆਵਾਜ਼। ਫਿਰ ਸਾਨੂੰ ਦੇਖਣਾ ਸਿਖਾਉਂਦੇ ਵੀ ਅਸੀਂ ਕਿਵੇਂ ਦੇਖਣਾ। ਇਹ ਸਾਰਾ ਕੁਝ ਸਾਨੂੰ ਗੁਰਮਤਿ ਜੀਵਨ ਜਾਚ ਦੇ ਵਿੱਚ ਸਿਖਾਇਆ ਜਾਂਦਾ। ਜਿਵੇਂ ਇੱਧਰ ਸੰਸਾਰ ਦੇ ਵਿੱਚ ਜਦੋਂ ਆਪਾਂ ਆਉਂਦੇ ਹਾਂ, ਮਾਤਾ ਪਿਤਾ ਸਾਡੇ ਗੁਰੂ ਨੇ, ਉਹਨੂੰ ਮਾਤਾ ਪਿਤਾ ਨੇ ਸਾਨੂੰ ਸਿੱਖਿਆ ਦੇਣੀ ਹੁੰਦੀ ਤੇ ਆਪਾਂ ਨੂੰ ਬੋਲਣਾ ਸਿਖਾਉਂਦੇ, ਸੁਣਨਾ ਸਿਖਾਉਂਦੇ ਜਾਂ ਦੇਖਣਾ ਸਿਖਾਉਂਦੇ ਉਹ ਸੰਸਾਰੀ ਮਾਤਾ ਪਿਤਾ। ਹੁਣ ਜਦੋਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਆਉਂਦੇ, ਗੁਰੂ ਸਾਨੂੰ ਫਿਰ ਇੱਧਰ ਦੇਖਣਾ ਸਿਖਾਉਂਦੇ ਵੀ ਜਿਵੇਂ ਸਾਡੇ ਸੰਸਾਰੀ ਮਾਂ ਪਿਓ ਨੇ ਸੰਸਾਰ ਨੂੰ ਦੇਖਣਾ ਸਿਖਾਇਆ, ਹੁਣ ਗੁਰੂ ਨੇ ਸਾਨੂੰ ਇਹ ਸਿਖਾਉਣਾ ਵੀ ਅਸੀਂ ਆਪਦਾ ਜੋ ਅਸਲ ਮਾਤਾ ਪਿਤਾ ਨਿਰੰਕਾਰ ਵਾਹਿਗੁਰੂ ਉਹਨੂੰ ਕਿਵੇਂ ਦੇਖਣਾ। ਸੰਸਾਰੀ ਮਾਤਾ ਪਿਤਾ ਨੇ ਸਾਨੂੰ ਸੰਸਾਰ ਨੂੰ ਸੁਣਨਾ ਸਿਖਾਇਆ ਵੀ ਅਸੀਂ ਕਿਵੇਂ ਸੰਸਾਰ ਦੀਆਂ ਦੁਨਿਆਵੀ ਗੱਲਾਂ ਸੁਣਨੀਆਂ। ਗੁਰੂ ਨੇ ਸਾਨੂੰ ਇਹ ਸਿਖਾਉਣਾ ਵੀ ਹੁਣ ਅਸੀਂ ਕਿਵੇਂ ਪਰਮਾਤਮਾ ਦੀ ਆਵਾਜ਼ ਨੂੰ ਸੁਣਨਾ, ਕਿਵੇਂ ਅਸੀਂ ਅਨਹਦ ਬਾਣੀ ਨੂੰ ਸੁਣਨਾ, ਕਿਵੇਂ ਨਾਮ ਨੂੰ ਸੁਣਨਾ, ਕਿਵੇਂ ਅਸੀਂ ਪੰਜਾਂ ਸ਼ਬਦਾਂ ਨੂੰ ਸੁਣਨਾ। ਉਹ ਸਾਨੂੰ ਗੁਰੂ ਨੇ ਸਿਖਾਉਣਾ, ਉਹ ਸਾਨੂੰ ਗੁਰੂ ਨੇ ਜੀਵਨ ਦੀ ਜਾਚ ਦੱਸਣੀ, ਸਾਨੂੰ ਸੁਣਨਾ ਸਿਖਾਉਣਾ। ਫਿਰ ਸੰਸਾਰੀ ਮਾਂ ਪਿਓ ਨੇ ਸਾਨੂੰ ਸੰਸਾਰ ਦੀ ਭਾਸ਼ਾ ਸੁਣਾਈ, ਸਿਖਾਇਆ ਸਾਨੂੰ ਬੋਲਣਾ ਵੀ ਤੁਸੀਂ ਬੋਲੋ। ਉਹ ਆਪਾਂ ਬੋਲਣਾ ਸਿੱਖ ਲਿਆ। ਹੁਣ ਗੁਰੂ ਨੇ ਸਾਨੂੰ ਇੱਧਰ ਬੋਲਣਾ ਸਿਖਾਉਣਾ ਵੀ ਹੁਣ ਅਸੀਂ ਮਾਲਕ ਦੀ ਕਿਵੇਂ ਉਸਤਤ ਕਰਨੀ, ਕਿਵੇਂ ਵਡਿਆਈ ਕਰਨੀ, ਕਿਵੇਂ ਅਸੀਂ ਪਰਮਾਤਮਾ ਦੇ ਗੁਣ ਗਾਉਣੇ। ਉਹਨਾਂ ਨੇ ਸਾਨੂੰ ਇਹ ਬੋਲਣਾ ਸਿਖਾਉਣਾ। ਇਸ ਕਰਕੇ ਫਿਰ ਇਹਨੂੰ ਕਹਿੰਦੇ ਗੁਰਮਤਿ ਜੀਵਨ ਜਾਚ। ਗੁਰੂ ਦੀ ਮੱਤ ਦੁਆਰਾ ਜਿਉਣ ਦੀ ਜੁਗਤੀ, ਜਿਉਣ ਦਾ ਢੰਗ ਸਾਨੂੰ ਅੱਜ ਜਦੋਂ ਫਿਰ ਆਪਾਂ ਗੁਰੂ ਦੀ ਸ਼ਰਨ 'ਚ ਆਉਂਦੇ ਹਾਂ, ਫਿਰ ਗੁਰੂ ਅਤੇ ਸਤਿਗੁਰੂ ਮਿਲ ਕੇ ਇੱਕ ਸਿੱਖ ਦੀ ਜੀਵਨ ਦੀ ਰੂਪ ਰੇਖਾ ਜਿਹੜੀ ਉਹ ਤਿਆਰ ਕਰਦੇ। ਜਿਵੇਂ ਮਾਤਾ ਆਪਦੇ ਬੱਚੇ ਦਾ ਖਿਆਲ ਰੱਖਦੀ, ਇਸੇ ਤਰ੍ਹਾਂ ਹੀ ਗੁਰੂ ਅਤੇ ਸਤਿਗੁਰੂ ਫਿਰ ਆਪਦੇ ਸਿੱਖ ਦਾ ਖਿਆਲ ਰੱਖਦੇ। ਮਹਾਰਾਜ ਕਹਿੰਦੇ ਜਿਉਂ ਜਨਨੀ ਸੁਤ ਜਨ ਪਾਲਤੀ ਰਾਖੇ ਨਦਰ ਮਝਾਰ, ਅੰਤਰ ਬਾਹਰ ਗਰਾਸ ਦੇ ਖਿਨ ਖਿਨ ਪਹੁੰਚਾਰ, ਤੇ ਉਹ ਸਤਿਗੁਰ ਗੁਰਸਿੱਖ ਰੱਖਤਾ ਹਰ ਪ੍ਰੀਤ ਪਿਆਰ। ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇਹੇ ਆਣੇ, ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਧਾ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਵੀ ਧੰਨ ਹੈ ਉਹ ਪਾਂਧਾ ਗੁਰੂ ਜਿਹਨੇ ਸਾਨੂੰ ਕਮਲਿਆਂ ਨੂੰ ਹਰੀ ਦਾ ਉਪਦੇਸ਼ ਦੇ ਕੇ
ਕਮਲਿਆਂ ਤੋਂ ਸਿਆਣੇ ਕਰ ਦਿੱਤੇ। ਅਤੇ ਇਸ ਤਰ੍ਹਾਂ ਫਿਰ ਸਤਿਗੁਰੂ ਆਪਣੇ ਗੁਰਸਿੱਖ ਨਾਲ ਪ੍ਰੀਤ ਰੱਖਦਾ, ਜਿਵੇਂ ਮਾਂ ਆਪਦੇ ਬੱਚੇ ਨਾਲ। ਹੁਣ ਇਸ ਕਰਕੇ ਫਿਰ ਗੁਰੂ ਅਤੇ ਸਤਿਗੁਰੂ ਮਿਲ ਕੇ ਸਾਡੇ ਜੀਵਨ ਦੀ ਰੂਪ ਰੇਖਾ ਤਿਆਰ ਕਰਤੀ। ਉਹ ਫਿਰ ਸਿੱਖ ਨੂੰ ਇਹ ਸਾਰਾ ਸਿਖਾਉਂਦੇ ਵੀ ਕਿਵੇਂ ਅਸੀਂ ਦੇਖਣਾ, ਕਿਵੇਂ ਸੁਣਨਾ, ਕਿਵੇਂ ਬੋਲਣਾ। ਉਹਨੂੰ ਫਿਰ ਆਪਾਂ ਨੂੰ ਇਹ ਸਿਖਾਉਂਦੇ। ਇਹਨੂੰ ਗੁਰੂ ਦੀ ਮੱਤ ਦੁਆਰਾ ਕਹਿ ਦਿੱਤਾ, ਗੁਰਮਤਿ ਜੀਵਨ ਜਾਚ, ਵੀ ਗੁਰੂ ਦੀ ਮੱਤ ਦੁਆਰਾ ਜਿਉਣ ਦਾ ਢੰਗ ਆ ਜੀ। ਸਾਨੂੰ ਜਿਉਣ ਦੀ ਸਾਨੂੰ ਜੁਗਤੀ ਆ ਜੇ, ਆ ਕੇ ਸਾਡੇ ਅੰਦਰੋਂ ਇਹ ਵਿਕਾਰ ਖਤਮ ਹੋ ਜਾਣ, ਸੱਚ ਸਾਡੇ ਹਿਰਦੇ 'ਚ ਵਸ ਜੀ, ਮਨ 'ਚ ਵਸ ਜੀ। ਸਾਡੀ ਜਿਹੜੀ ਦ੍ਰਿਸ਼ਟੀ ਪਹਿਲਾਂ ਵਿਕਾਰਾਂ ਵਾਲੀ ਹੁੰਦੀ, ਵੀ ਜਦੋਂ ਅਸੀਂ ਦੇਖਦੇ ਹਾਂ ਇਹਨੂੰ ਵਿਕਾਰੀ ਦ੍ਰਿਸ਼ਟ ਕਹਿੰਦੇ। ਜਦੋਂ ਸਾਨੂੰ ਦੇਖਣਾ ਨਹੀਂ ਆਉਂਦਾ, ਅਸੀਂ ਨਹੀਂ ਸਿੱਖਿਆ ਗੁਰੂ ਤੋਂ, ਫਿਰ ਉਦੋਂ ਕਹਿੰਦੇ ਵੀ ਇਹਨਾਂ ਦੀ ਕਿੱਦਾਂ ਦੀ ਦ੍ਰਿਸ਼ਟੀ। ਫਿਰ ਜੀਵ ਕੀ ਕਰਦਾ, ਬੋਲਦਾ ਕੌੜਾ ਮੁਖ ਤੋਂ, ਕਿਉਂਕਿ ਬੋਲਣਾ ਵੀ ਨਹੀਂ ਸਿੱਖਿਆ। ਜਿਹੜੀ ਦ੍ਰਿਸ਼ਟੀ, ਉਹ ਦ੍ਰਿਸ਼ਟੀ ਵੀ ਕਰੂਰ। ਮੱਥੇ ਦੇ ਉੱਤੇ ਉਹਦੇ ਤਿਉੜੀ ਪੈ ਜਾਂਦੀ, ਜਿਹਨੂੰ ਮਾਰੇ ਕਹਿੰਦੇ ਮੱਥੇ ਤ੍ਰੈਕੁਟੀ ਦ੍ਰਿਸ਼ਟ ਕਰੂਰ, ਬੋਲੇ ਕੌੜਾ ਜੀਭਾ ਕੀ ਫੂਡ। ਵੀ ਇਹ ਮਨਮੁਖ ਦਾ ਜਿਹਨੇ ਨਹੀਂ ਸਿੱਖਿਆ, ਵੀ ਦ੍ਰਿਸ਼ਟੀ ਜਿਹੜੀ ਕਰੂਰ ਹੈ, ਬਕਾਰੀ ਹੈ। ਮੱਥੇ 'ਤੇ ਤਿਉੜੀ ਪਈ ਹੈ ਅਤੇ ਬੋਲਦਾ ਕੌੜਾ, ਫਿੱਕਾ ਬੋਲ। ਹੁਣ ਪਹਿਲਾਂ ਸਾਨੂੰ ਦੇਖਣਾ ਨਹੀਂ ਆਉਂਦਾ, ਅਸੀਂ ਸਿਰਫ ਆਕਾਰਾਂ ਨੂੰ ਹੀ ਦੇਖਦੇ ਹਾਂ, ਸਰੀਰਾਂ ਨੂੰ ਦੇਖਦੇ ਹਾਂ, ਪਰਮਾਤਮਾ ਨੂੰ ਨਹੀਂ ਦੇਖਦੇ। ਉਦੋਂ ਕਹਿੰਦੇ ਵੀ ਇਹਨਾਂ ਨੂੰ ਦੇਖਣਾ ਨਹੀਂ ਆਉਂਦਾ, ਇਹਨਾਂ ਦੀ ਦ੍ਰਿਸ਼ਟੀ ਜਿਹੜੀ ਉਹ ਵਿਕਾਰਾਂ ਵਾਲੀ ਹੈ, ਇਹਨਾਂ ਦੇ ਨੇਤਰਾਂ ਦੇ ਉੱਤੇ ਕਾਲ ਨੇ ਜਾਲ ਪਾਇਆ ਹੈ। ਨਾ ਸਾਨੂੰ ਸੁਣਨਾ ਆਉਂਦਾ, ਕਿਉਂਕਿ ਅਸੀਂ ਪਹਿਲਾਂ ਸੁਣਦੇ ਹਾਂ ਸੰਸਾਰ ਦੀ ਨਿੰਦਿਆ ਚੁਗਲੀ, ਸੰਸਾਰ ਦੀਆਂ ਦੁਨਿਆਵੀ ਗੱਲਾਂ, ਮਾਇਆ ਦੀ। ਪਰਮਾਤਮਾ ਦੀ ਤਾਂ ਸੁਣਦੇ ਹੀ ਨਹੀਂ, ਅੰਦਰੋਂ ਮਾਲਕ ਦੀ। ਫਿਰ ਉਦੋਂ ਕਹਿੰਦੇ ਵੀ ਇਹਨਾਂ ਨੂੰ ਸੁਣਨਾ ਵੀ ਨਹੀਂ ਆਉਂਦਾ, ਕਿਉਂਕਿ ਇਹਨਾਂ ਦੇ ਨੇਤਰਾਂ ਦੇ ਉੱਤੇ ਜ਼ਹਿਰ ਚੜ੍ਹਿਆ ਹੋਇਆ। ਫਿਰ ਜਦੋਂ ਅਸੀਂ ਬੋਲਦੇ ਹਾਂ, ਅਸੀਂ ਬੋਲਦੇ ਵੀ ਫਿੱਕਾ, ਮਾੜੇ ਬੋਲ ਬੋਲਦੇ ਹਾਂ, ਸਾਡੇ ਬਚਨਾਂ ਦੇ ਵਿੱਚ ਕੋਈ ਰਸ ਨਹੀਂ ਹੁੰਦਾ। ਫਿਰ ਉਦੋਂ ਕਹਿੰਦੇ ਵੀ ਇਹਨਾਂ ਨੂੰ ਬੋਲਣਾ ਵੀ ਨਹੀਂ ਆਉਂਦਾ, ਕੌੜਾ ਬੋਲਦੇ ਨੇ, ਫਿੱਕੇ ਬੋਲਦੇ, ਵੀ ਇਹਨਾਂ ਦੀ ਰਸਨਾ ਦੇ ਉੱਤੇ ਵੀ ਜਾਲ ਪਿਆ ਹੋਇਆ, ਜ਼ਹਿਰ ਚੜ੍ਹਿਆ ਹੋਇਆ। ਇਸ ਲਈ ਮਹਾਰਾਜ ਕਹਿੰਦੇ ਕਾਲ ਨੇ ਕਿਤੇ ਕਿਤੇ ਜ਼ਹਿਰ ਚੜ੍ਹਾ ਦਿੱਤਾ। ਫਰਮਾਉਂਦੇ ਕਾਲ ਜਾਲ ਜੀਭਾ ਔਰ ਨੈਣੀ, ਕਹਾਣੀ ਕਾਲ ਸੁਣੇ ਬਿਖ ਬੈਣੀ। ਵੀ ਇਹ ਕਾਲ ਨੇ ਸਾਡੇ ਨੇਤਰਾਂ 'ਤੇ, ਸਾਡੀ ਰਸਨਾ 'ਤੇ, ਸਾਡੇ ਕੰਨਾਂ ਦੇ ਉੱਤੇ ਜਾਲ ਪਾਇਆ ਹੋਇਆ, ਜ਼ਹਿਰ ਚੜ੍ਹਿਆ ਹੋਇਆ। ਜਦੋਂ ਇਹ ਜ਼ਹਿਰ ਚੜ੍ਹਿਆ ਹੁੰਦਾ, ਨਾ ਤਾਂ ਸਾਨੂੰ ਪਰਮਾਤਮਾ ਨੇਤਰਾਂ ਦੁਆਰਾ ਦਿਸੇ, ਨਾ ਸਾਨੂੰ ਮਾਲਕ ਦੀ ਆਵਾਜ਼ ਸੁਣੇ, ਅਤੇ ਨਾ ਅਸੀਂ ਇਹ ਰਸਨਾ ਦੁਆਰਾ ਅੰਮ੍ਰਿਤ ਪੀ ਸਕੀਏ, ਮਾਲਕ ਦੇ ਗੁਣ ਗਾ ਸਕੀਏ। ਉਦੋਂ ਫਿਰ ਇਹਨੂੰ ਕਹਿੰਦੇ ਵੀ ਇਹ ਮਾਇਆ ਧਾਰੀ, ਇਹ ਅੰਨਾ ਹੈ ਅਤੇ ਬੋਲਾ, ਇਹਨੇ ਮਾਇਆ ਨੂੰ ਹੀ ਧਾਰਨ ਕੀਤਾ ਹੋਇਆ। ਮਾਇਆ ਧਾਰੀ ਅਤੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ। ਬਈ ਇਹ ਸ਼ਬਦ ਨੂੰ ਤਾਂ ਸੁਣਦਾ ਨਹੀਂ, ਸਿਰਫ ਇੱਧਰ ਸੰਸਾਰ ਦਾ ਰੌਲਾ ਗੋਲਾ ਹੀ ਸੁਣਨ ਲੱਗਿਆ ਹੋਇਆ। ਇਸ ਅਵਸਥਾ 'ਚ ਕਹਿੰਦੇ ਵੀ ਇਹਨਾਂ ਨੇ ਸਿੱਖਿਆ ਨਹੀਂ, ਗੁਰੂ ਤੋਂ ਸਿੱਖਿਆ ਨਹੀਂ ਲਈ। ਜਿਹੜਾ ਗੁਰੂ ਸਾਨੂੰ, ਜਦੋਂ ਅਸੀਂ ਗੁਰੂ ਦੀ ਸ਼ਰਨ 'ਚ ਜਾਂਦੇ ਹਾਂ, ਉਹ ਫਿਰ ਸਾਨੂੰ ਇਹੀਓ ਸਿੱਖਿਆ ਦਿੰਦੇ, ਇਹੀਓ ਸਾਨੂੰ ਸਿਖਾਉਂਦੇ ਵੀ ਕਿਵੇਂ ਅਸੀਂ ਨੇਤਰਾਂ ਦੁਆਰਾ ਪਰਮਾਤਮਾ ਨੂੰ ਦੇਖਣਾ, ਸਾਡੇ ਨੇਤਰਾਂ ਤੋਂ ਕਿਵੇਂ ਜ਼ਹਿਰ ਲੈਣਾ, ਕਿਵੇਂ ਅਸੀਂ ਇਹਨਾਂ ਕੰਨਾਂ ਦੁਆਰਾ ਮਾਲਕ ਦੀ ਆਵਾਜ਼ ਨੂੰ ਸੁਣਨਾ, ਕਿਵੇਂ ਸਾਡੇ ਕੰਨਾਂ ਤੋਂ ਜ਼ਹਿਰ ਲੈਣਾ, ਕਿਵੇਂ ਇਸ ਮੁਖ ਦੁਆਰਾ ਅਸੀਂ ਰਸਨਾ ਦੁਆਰਾ ਅੰਮ੍ਰਿਤ ਪੀਣਾ, ਇਹ ਮਾਲਕ ਦੇ ਗੁਣ ਗਾਉਣੇ ਅਤੇ ਸਾਡੀ ਰਸਨਾ ਦੀ ਤ੍ਰਿਪਤੀ ਹੋਣੀ, ਇਹਦਾ ਜ਼ਹਿਰ ਲੱਥਣ। ਉਹ ਫਿਰ ਆਪਾਂ ਨੂੰ ਸਾਰਾ ਇਹ ਭੇਜ ਦਿੰਦੇ, ਸਾਰਾ ਸਿਖਾਉਂਦੇ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ
ਜਿਨ੍ਹਾਂ ਨੇ ਇਹ ਸਿੱਖਿਆ ਨਹੀਂ ਲਈ, ਜਿਹੜੇ ਨਹੀਂ ਗੁਰੂ ਦੀ ਸ਼ਰਨ 'ਚ ਆਏ, ਨਹੀਂ ਸਤ ਸੰਗਤ ਕਰਦੇ, ਵੀ ਉਹਨਾਂ ਦਾ ਜਿਹੜਾ ਜੀਵਨ ਉਹ ਪਸ਼ੂਆਂ ਵਰਗਾ ਹੈ। ਸਤ ਸੰਗਤ ਤੋਂ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ਼ੂ ਢੋਰ, ਵੀ ਸਤ ਸੰਗਤ ਤੋਂ ਬਿਨਾਂ ਪਸ਼ੂਆਂ ਵਰਗੇ। ਵੀ ਦੇਖਣ ਨੂੰ ਤਾਂ ਮਾਨਸ ਨੇ, ਪਰ ਹੈ ਪਸ਼ੂ ਨੇ। ਨਾ ਤਾਂ ਇਹਨਾਂ ਨੂੰ ਦੇਖਣਾ ਆਵੇ, ਨਾ ਇਹਨਾਂ ਨੂੰ ਸੁਣਨਾ ਆਵੇ, ਨਾ ਇਹਨਾਂ ਨੂੰ ਬੋਲਣਾ ਆਵੇ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਸਿੱਖੋ, ਵੀ ਇਹ ਅਸੀਂ ਸਿੱਖਿਆ ਲੈਣ ਵਾਸਤੇ ਹੀ ਤਾਂ ਗੁਰੂ ਘਰ ਆਉਣਾ ਹੁੰਦਾ। ਹੁਣ ਜੇ ਅਸੀਂ ਇਹ ਸਿੱਖਿਆ ਹੀ ਨਹੀਂ ਲਈ, ਸਾਰੀ ਉਮਰ ਬੀਤ ਜਾਂਦੀ ਜੀਵ ਦੀ। ਜਦੋਂ ਉਹਦੀ ਉਮਰ ਬੀਤ ਜਾਂਦੀ, ਨਾ ਤਾਂ ਉਹਨੂੰ ਦੇਖਣਾ ਆਉਂਦਾ, ਅਤੇ ਰੈਸਟੀ ਉਹਦੀ ਹਜੇ ਵੀ ਵਿਕਾਰਾਂ ਵਾਲੀ, ਨਾ ਉਹਨੂੰ ਸੁਣਨਾ ਆਉਂਦਾ, ਨਾ ਉਹਨੂੰ ਬੋਲਣਾ ਆਉਂਦਾ। ਫਿਰ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਉਹਦਾ ਤਾਂ ਜੀਵਨ ਹੀ ਸਾਰਾ ਵਿਅਰਥ ਚੱਲਾ ਗਿਆ। ਵੀ ਉਹਦਾ ਜੇ ਹਜੇ ਪਿਆਰ ਹੀ ਨਹੀਂ ਮਾਲਕ ਦੇ ਨਾਲ ਪਿਆ, ਤੇ ਉਹਦਾ ਸਾਰਾ ਜੀਵਨ ਉਹਨੇ ਖੱਟਿਆ ਕੀ। ਵੀ ਉਹਦੇ ਖਾਂਦੇ ਖਾਂਦੇ ਇਹ ਜਿਹੜੇ ਦੰਦ ਸੀ, ਦੰਦ ਵੀ ਘਸ ਗਏ, ਨਿਕਲ ਗਏ। ਪਹਿਨਦੇ ਪਹਿਨਦੇ ਜਿਹੜੇ ਅੰਗ ਸੀ, ਇਹ ਅੰਗ ਵੀ ਘਸ ਗਏ, ਸਰੀਰ ਬੁੱਢਾ ਹੋ ਗਿਆ। ਮਹਾਰਾਜ ਕਹਿੰਦੇ ਉਹਨਾਂ ਦਾ ਜਿਉਣਾ ਫਿਰ ਧਰੈਗ, ਜਿਨ੍ਹਾਂ ਨੂੰ ਫਿਰ ਪਰਮਾਤਮਾ ਦਾ ਰੰਗ ਹੀ ਨਹੀਂ ਲੱਗਿਆ ਹਜੇ ਤੱਕ। ਸਤਿਗੁਰੂ ਫਰਮਾਉਂਦੇ, ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਪਹਿਨਦਿਆਂ ਸਭ ਅੰਗ, ਨਾਨਕ ਧਰੈਗ ਤਿਨਾਂ ਕਾ ਜੀਵਨ, ਜਿਨ ਸੱਚ ਨਾ ਲੱਗੋ ਰੰਗ। ਬਈ ਉਹਨਾਂ ਦਾ ਤਾਂ ਜਿਉਣਾ ਹੀ ਧਰੈਗ, ਉਹਨਾਂ ਨੇ ਤਾਂ ਸਾਰੀ ਉਮਰ ਹੀ ਵਿਅਰਥ ਖਰਾਬ ਕਰ ਲਈ ਆਪਦੀ। ਬਈ ਖਾਂਦੇ ਖਾਂਦੇ ਦੰਦ ਵੀ ਘਸ ਗਏ, ਪਹਿਨਦੇ ਅੰਗ ਵੀ ਘਸ ਗਏ, ਪਰ ਹਜੇ ਤੱਕ ਨਾ ਮਾਲਕ ਦਾ ਰੰਗ ਲੱਗੇ। ਹਜੇ ਤੱਕ ਨਹੀਂ ਉਹਨਾਂ ਨੂੰ ਦੇਖਣਾ ਆਇਆ ਪਰਮਾਤਮਾ ਨੂੰ। ਕਿਵੇਂ ਅਸੀਂ ਦਰਸ਼ਨ ਕਰਨੇ, ਕਿਉਂਕਿ ਸਿੱਖਿਆ ਨਹੀਂ। ਹਜੇ ਤੱਕ ਨਹੀਂ ਉਹਨਾਂ ਨੂੰ ਸੁਣਨਾ ਆਇਆ ਵੀ ਮਾਲਕ ਦੀ ਆਵਾਜ਼ ਨੂੰ ਅਸੀਂ ਕਿਵੇਂ ਸੁਣਨਾ, ਅਤੇ ਹਜੇ ਤੱਕ ਨਹੀਂ ਬੋਲਣਾ ਆਇਆ। ਇਹ ਮਹਾਰਾਜ ਕਹਿੰਦੇ ਤੁਹਾਡਾ ਤਾਂ ਫਿਰ ਜਿਉਣਾ ਹੀ ਧਰੈਗ ਸਕਦਾ। ਧਰੈਗ ਹੁੰਦੀ ਬਹੁਤ ਵੱਡੀ ਲਾਹਨਤ। ਜਿਵੇਂ ਪੁਰਾਤਨ ਸਮੇਂ ਦੇ ਵਿੱਚ ਜਦੋਂ ਕਿਸੇ ਨੂੰ ਬਹੁਤ ਵੱਡੀ ਫਟਕਾਰ ਪਾਉਣੀ ਹੁੰਦੀ, ਉਦੋਂ ਉਹਨੂੰ ਕਹਿੰਦੇ ਵੀ ਤੇਰਾ ਜਿਉਣਾ ਧਰੈਗ, ਵੀ ਬਹੁਤ ਵੱਡੀ ਲਾਹਨਤ, ਵੀ ਲਾਹਨਤ ਹੈ ਤੇਰੇ ਇਹੋ ਜਿਹੇ ਜੀਵਨ 'ਤੇ। ਮਹਾਰਾਜ ਤਾਂਹੀਓ ਫਿਰ ਕਹਿੰਦੇ ਵੀ ਜਿਹੜੇ ਜੀਵ ਸਤ ਸੰਗਤ ਨਹੀਂ ਕਰਦੇ, ਨਹੀਂ ਗੁਰੂ ਦੀ ਸ਼ਰਨ 'ਚ ਆਉਂਦੇ, ਵੀ ਉਹਨਾਂ ਦਾ ਜਿਉਣਾ ਜਿਹੜਾ ਧਰੈਗ ਹੈ, ਵੀ ਲਾਹਨਤ ਹੈ ਇਹੋ ਜਿਹੇ ਜੀਵਨ 'ਤੇ। ਮਹਾਰਾਜ ਤਾਂਹੀਓ ਰੋਜ਼ ਫਰਮਾਉਂਦੇ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਧਰੈਗ ਜੀਵੈ ਧਰੈਗ ਜੀਵਾਸ। ਵੀ ਉਹਨਾਂ ਦਾ ਤਾਂ ਜਿਉਣਾ ਹੀ ਧਰੈਗ, ਵੀ ਜਿਹੜੇ ਸਤ ਸੰਗਤ ਕਰਦੇ ਹੀ ਨਹੀਂ। ਕਿਉਂਕਿ ਸਤ ਸੰਗਤ ਤੋਂ ਬਿਨਾਂ ਅਸੀਂ ਆਪਦੇ ਜੀਵਨ ਦਾ ਲਾਹਾ ਨਹੀਂ ਖੱਟ ਸਕਦੇ। ਇਸ ਵਾਸਤੇ ਫਿਰ ਮਨਮੁਖ ਜੋ ਵੀ ਕਰਦਾ ਹੈ ਉਹਨੂੰ ਧਰਕਾਰਾਂ ਹੀ ਪਾਉਂਦੇ ਮਹਾਰਾਜ। ਬਈ ਤੇਰਾ ਪਹਿਨਣਾ ਧਰੈਗ, ਤੇਰਾ ਖਾਣਾ ਧਰੈਗ। ਜਿਸ ਕਟੰਬ ਦੀ ਖਾਤਰ ਤੂੰ ਕਰਮ ਕਰਨ ਲੱਗਿਆ, ਜਿਵੇਂ ਕਿਸੇ ਨੂੰ ਕਹੋ ਸਿਮਰਨ ਕਰੋ, ਕਹਿੰਦਾ ਕੰਮ ਬਹੁਤ, ਸੰਗਤ ਕਰੋ ਕੰਮ ਹੀ ਬਹੁਤ ਹੈ ਜੀ, ਮੇਰੇ ਕੋਲ ਟਾਈਮ ਕਿੱਥੋਂ। ਮਹਾਰਾਜ ਕਹਿੰਦੇ ਧਰੈਗ ਤੇਰਾ ਇਹੋ ਜਿਹਾ ਜਿਉਣਾ, ਧਰੈਗ ਤੇਰਾ ਇਹੋ ਜਿਹਾ ਪਰਿਵਾਰ ਜਿਹਦੀ ਖਾਤਰ ਤੂੰ ਕੰਮ ਕਰਨ ਲੱਗਿਆ ਹੋਇਆ। ਬਈ ਜਿਸ ਮਕਸਦ ਵਾਸਤੇ ਤੂੰ ਆਇਆ, ਤੈਨੂੰ ਜੀਵਨ ਮਿਲਿਆ, ਉਹ ਤਾਂ ਤੂੰ ਕਰਦਾ ਨਹੀਂ। ਅਤੇ ਇਸ ਲਈ ਮਨਮੁਖ ਦੇ ਸਾਰੇ ਜੀਵਨ 'ਤੇ ਲਾਹਨਤਾਂ ਪਾਉਂਦੀ। ਮਹਾਰਾਜ ਕਹਿੰਦੇ ਧਰੈਗ ਧਰੈਗ ਖਾਇਆ, ਧਰੈਗ ਧਰੈਗ ਸੋਇਆ, ਧਰੈਗ ਧਰੈਗ ਕੱਪੜ ਅੰਗ ਚੜ੍ਹਾਇਆ, ਧਰੈਗ ਸਰੀਰ ਕਟੰਬ ਸਹਿਸਿਓ, ਜਿਤ ਹੁਣ ਖਸਮ ਨਾ ਪਾਏ। ਮਨਮੁਖ ਨੂੰ ਇੰਨੀਆਂ ਲਾਹਨਤਾਂ ਸਤਿਗੁਰੂ ਪਾਉਂਦੇ ਵੀ ਤੇਰਾ ਸਾਰਾ ਜਿਉਣਾ ਹੀ ਧਰੈਗ, ਤੇਰਾ ਕਟੰਬ ਧਰੈਗ, ਜਿਹਦੀ ਖਾਤਰ ਤੂੰ ਕਰਦਾ। ਬਈ ਜੇ ਤੇਰੇ ਕੋਲ ਹੁਣ ਸੰਗਤ ਵਾਸਤੇ ਸਮਾਂ ਨਹੀਂ, ਸਿਮਰਨ ਵਾਸਤੇ ਸਮਾਂ ਨਹੀਂ, ਅਤੇ ਲਾਹਨਤ ਤੇਰੇ ਇਹੋ ਜਿਹੇ ਜੀਵਨ 'ਚ। ਹੁਣ ਸਤਿਗੁਰੂ ਇੰਨੀਆਂ ਲਾਹਨਤਾਂ ਪਾਉਂਦੇ, ਅਤੇ ਮਨਮੁਖ ਐਡਾ ਬੇਸ਼ਰਮ ਹੈ, ਫਿਰ ਵੀ ਹਉਮੈ ਹੰਕਾਰ ਦੇ ਵਿੱਚ ਫੁੱਲਿਆ ਨਹੀਂ ਸਮਾਉਂਦਾ। ਫਿਰ ਵੀ ਪਤਾ ਨਹੀਂ ਕਾਹਦਾ ਉਹਦੇ ਅੰਦਰ ਹੰਕਾਰ ਹੈ,
ਤੇ ਫਿਰ ਵੀ ਦੂਸਰੇ ਦੀ ਨਿੰਦਿਆ ਕਰਦੇ, ਦੂਸਰੇ ਨੂੰ ਮਾੜਾ ਕਹਿੰਦੇ। ਮਹਾਰਾਜ ਸੱਚੇ ਪਾਤਸ਼ਾਹ ਫਿਰ ਉਹਨਾਂ ਜੀਵਾਂ ਨੂੰ ਕਹਿੰਦੇ ਵੀ ਇਹ ਬੜੇ ਵੱਡੇ ਖੋਤੇ ਨੇ, ਬਈ ਜਿਨ੍ਹਾਂ ਦੇ ਵਿੱਚ ਗੁਣ ਤਾਂ ਕੋਈ ਨਹੀਂ ਹੈ, ਵੀ ਗੁਣ ਤਾਂ ਸਾਰੇ ਗਵਾਲੇ, ਪਰਮਾਤਮਾ ਵਾਲਾ ਗੁਣ ਤਾਂ ਕੋਈ ਰਿਹਾ ਹੀ ਨਾ। ਨਾ ਇਹ ਸਿਮਰਨ ਕਰਦੇ, ਨਾ ਇਹ ਸਤਸੰਗਤ ਕਰਦੇ, ਬਈ ਇਹ ਪਤਾ ਨਹੀਂ ਕਾਹਦਾ ਗਰਵ ਕਰਦੇ, ਕਾਹਦਾ ਹੰਕਾਰ ਕਰਦੇ। ਫਿਰ ਉਹਨਾਂ ਨੂੰ ਫਿਰ ਮਹਾਰਾਜ ਕਹਿੰਦੇ ਨਾਨਕ ਤੇ ਨਰ ਅਸਲ ਖਰ, ਜੋ ਬਿਨ ਗੁਣ ਗਰਭ ਕਰੰਤ। ਮਹਾਰਾਜ ਕਹਿੰਦੇ ਅਸਲੀ ਖੋਤੇ, ਵੀ ਜਿਹੜੇ ਬਿਨਾਂ ਗੁਣਾਂ ਤੋਂ ਹੀ ਗਰਭ ਕਰਦੇ, ਕਿਉਂਕਿ ਗੁਣ ਤਾਂ ਕੋਈ ਹੈ ਨਹੀਂ, ਫਿਰ ਵੀ ਪਤਾ ਨਹੀਂ ਕਾਹਦਾ ਗਰਭ, ਕਾਹਦਾ ਹੰਕਾਰ ਕਰਦੇ ਫਿਰਦੇ। ਇਸ ਵਾਸਤੇ ਫਿਰ ਸੱਚੇ ਪਾਤਸ਼ਾਹ ਤਾਂ ਲਾਹਨਤਾਂ ਪਾਉਂਦੇ ਵੀ ਇਹੋ ਜਿਹਾ ਜਿਉਣਾ ਧਰਕ। ਤੇ ਜਿਹੜੇ ਗੁਰਮੁਖ ਫਿਰ ਸਿਮਰਨ ਕਰਦੇ, ਜਿਹੜੇ ਸਤ ਸੰਗਤ ਕਰਦੇ, ਉਹਨਾਂ ਦੀ ਮਹਾਰਾਜ ਵਡਿਆਈ ਕਰਦੇ ਵੀ ਜਿਹੜੇ ਸੰਗਤ ਕਰਦੇ ਉਹ ਭਾਗਾਂ ਵਾਲੇ ਨੇ, ਉਹ ਤਰ ਜਾਣਗੇ, ਉਹ ਜੀਵਨ ਦਾ ਲਾਹਾ ਖੱਟ ਲੈਣਗੇ। ਇਸ ਲਈ ਮਹਾਰਾਜ ਰੋਜ਼ ਫਰਮਾਉਂਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੇ। ਬਈ ਜਿਨ੍ਹਾਂ ਨੂੰ ਸਤ ਸੰਗਤ ਮਿਲ ਜਾਂਦੀ ਉਹ ਤਰ ਜਾਂਦੇ, ਉਹ ਵਡਭਾਗੀ ਨੇ। ਵਡਭਾਗੀ ਸਤ ਸੰਗਤ ਪਾਵੇ, ਵੀ ਉਹ ਵਡਭਾਗੀ ਨੇ, ਵੱਡੇ ਭਾਗਾਂ ਵਾਲੇ ਜਿਹੜੇ ਸਤ ਸੰਗਤ 'ਚ ਆਉਣ ਸੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਇਹ ਲਾਹਾ ਸਾਨੂੰ ਮਿਲਣਾ ਸਤ ਸੰਗਤ ਕਰਕੇ, ਵੀ ਸਾਨੂੰ ਸਾਡੇ ਜੀਵਨ ਦੀ ਜਾਚ ਸਤਿਗੁਰੂ ਸਿਖਾਉਂਦੇ। ਅਸੀਂ ਫਿਰ ਇਹ ਸਿੱਖਣਾ, ਸਿੱਖਿਆ ਲੈ, ਵੀ ਤਾਂ ਕਿ ਅਸੀਂ ਸਿੱਖਿਆ ਲੈ ਕੇ ਆਪਦਾ ਜਿਹੜਾ ਜੀਵਨ ਉਹਨੂੰ ਸਫਲ ਕਰ ਸਕੀਏ। ਹੁਣ ਜਿਉਂ-ਜਿਉਂ ਅਸੀਂ ਜੋ ਗੁਰਬਾਣੀ ਗੁਰੂ ਸਾਨੂੰ ਕਹਿ ਰਹੇ ਸਿਮਰਨ ਕਰਨ ਨੂੰ, ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ, ਆਉਂਦੇ ਸਾਡੇ ਮਨ ਤੋਂ ਇਹ ਵਿਚਾਰਾਂ ਦੀ ਮੈਲ ਲੱਥੇਗੀ, ਸਾਡੀ ਮੱਤ ਖਤਮ ਹੋਏਗੀ, ਸਾਨੂੰ ਗੁਰੂ ਅਤੇ ਸਤਿਗੁਰ ਦੀ ਮੱਤ ਆਏਗੀ। ਜਿਉਂ-ਜਿਉਂ ਸਾਨੂੰ ਸਤਿਗੁਰ ਦੀ ਮੱਤ ਆਏਗੀ ਅਤੇ ਉਹਦੇ ਅਸੀਂ ਸੁਖੀ ਹੁੰਦੇ ਜਾਵਾਂਗੇ। ਜਦੋਂ ਅਸੀਂ ਪੂਰਨ ਤੌਰ 'ਤੇ ਸਤਿਗੁਰ ਦੀ ਮੱਤ ਲੈ ਲਈ ਅਤੇ ਉਹ ਫਿਰ ਸਤਿਗੁਰ ਦੇ ਵਿੱਚ ਹੀ ਸਮਾ ਜਾਂਦੇ। ਸਤਿਗੁਰ ਕੀ ਜਿਸ ਨੂੰ ਮੱਤ ਆਵੇ ਸੋ ਸਤਿਗੁਰ ਮਾਹੇ ਸਵਰਨ। ਸੋ ਆਓ ਹੁਣ ਕਿਵੇਂ ਅਸੀਂ ਗੁਰੂ ਦੀ ਮੱਤ ਲੈਣੀ, ਉਹਦੇ ਵਾਸਤੇ ਜੋ ਮਹਾਰਾਜ ਆਪਾਂ ਨੂੰ ਇਹ ਸਾਸ ਗਿਰਾਸੇ ਮਨੋਂ ਅਭਿਆਸ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ ਹੁੰਦਾ, ਬਹਿੰਦੇ ਉੱਠਦੇ ਕੰਮ ਕਰਦੇ। ਇਹ ਹੁਣ ਆਪਾਂ ਵੱਧ ਤੋਂ ਵੱਧ ਗੁਰਮੰਤਰ ਨੂੰ ਦ੍ਰਿੜ ਕਰਨਾ। ਮਾਰੇ ਫਰਮਾਉਂਦੇ ਚਲਤ ਵੈਸਤ ਸੋਭਤ ਜਾਗਤ ਗੁਰਮੰਤਰ ਰਿਧੇ ਚਿਤਾਰ। ਅਤੇ ਜਦੋਂ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਵਿਚਾਰਨਾ ਸਹੀ ਦੇ ਵਿੱਚ ਖੋਜਣਾ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ। ਸਾਰੀ ਗੁਰਬਾਣੀ ਗੁਰੂ 'ਚ ਅੰਮ੍ਰਿਤ ਜਦੋਂ ਅਸੀਂ ਵਿਚਾਰਾਂਗੇ ਸਾਡਾ ਮਨ ਧੋਤਾ ਜਾਏਗਾ। ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰ ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਪਾਉਣ ਦਿੱਤਾ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਹਾਂ ਵੀ ਸਾਡੇ ਹਿਰਦੇ 'ਚ ਵਸ ਜੇ। ਸੋ ਇਸ ਵਾਸਤੇ ਆਪਾਂ ਵੱਧ ਤੋਂ ਵੱਧ ਸਤ ਸੰਗਤ ਕਰਨੀ ਹੁੰਦੀ ਵੀ ਤਾਂ ਕਿ ਸਾਨੂੰ ਗਿਆਨ ਦ੍ਰਿੜ ਹੋ ਜੇ। ਸੋ ਕੱਲ੍ਹ ਨੂੰ ਸ਼ਨੀਵਾਰ ਹੈ, ਜੋ ਆਪਣਾ ਹਰੇਕ ਸ਼ਨੀਵਾਰ ਸਮਾਗਮ ਹੁੰਦਾ ਗੁਰਦੁਆਰਾ ਬ੍ਰਹਮਿਲਨੀ ਕਾ ਚਾਓ ਬ੍ਰਹਮ ਗਿਆਨ ਕੇਂਦਰ ਮੋਗਾ। ਸੋ ਕੱਲ੍ਹ ਨੂੰ ਆਪਾਂ ਸਾਰਿਆਂ ਨੇ ਜਾਣਾ, ਜਿਵੇਂ ਆਪਾਂ ਹਰੇਕ ਵਾਰੀ ਜਾਂਦੇ। ਸੋ ਸਮੇਂ ਸਿਰ ਪਹੁੰਚ ਕੇ ਸਾਰੀਆਂ ਸੰਗਤਾਂ ਨੇ ਆਪਾਂ ਵੱਧ ਤੋਂ ਵੱਧ ਸੰਗਤ ਕਰਕੇ ਜੀਵਨ ਦਾ ਲਾਹਾ ਖੱਟਣਾ। ਸੋ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਸ਼ਾਮ ਨੂੰ 5 ਵਜੇ ਤੱਕ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸੋ ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।